हम रहन ना पाया, जीवत्या मर रही है। हाल रहे हम रहन न पाया, जीवत्या मर रही है, जीवत्या मर रही है, जीवत्या मर रही है। हम आदमी हाँ एक दमी, आदमी हाँ एक आदमी हाँ एक दमी, आदमी हाँ एक दमी। मोहलत मोहत न जाना, मोहलत मोहत न जाना। हम आदमी हाँ एक दमी, आदमी हाँ एक दमी, आदमी हाँ एक दमी, आदमी हाँ एक दमी। जी माटी को पुतरा कैसे नचत है, माटी को पुतरा कैसे नचत है। माटी को पुतरा कैसे नचत है, माटी को पुतरा कैसे नचत है। देखे देखे सुने बोले, देखे देखे सुने बोले, दौड़ो फिरत है कैसे नचत है। माटी को पुतरा कैसे नचत है, माटी को पुतरा कैसे नचत है। देखे देखे सुने बोले, देखे देखे सुने बोले, दौड़े फिरत है कैसे नचत है। माटी को पुतरा कैसे नचत है, माटी को पुतरा कैसे नचत है। जब कछ पावे तब गर्व करत है,
जब कछ पावे तब गर्भ करत है, माया गई तब रोवन लगत है, रोवन लगत है। देखे देखे सुने बोले, देखे देखे सुने बोले, दौड़ो फिरत है कैसे नचत है, माटी को पुतरा कैसे नचत है, माटी को पुतरा कैसे नचत है। मन बच क्रम रस कसे लुभाना, बिनस गया जाए कहूँ समाना। बिनस गया जाए कहूँ समाना, कह रविदास बाजी जग पाई, बाजी जग पाई, बाजीगर सो मोह प्रीत बन आई, प्रीत बन आई। देखे देखे सुने बोले, देखे देखे सुने दौड़ो फिरत है कैसे नचत है, माटी को पुतरा 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 कैसे नचत है, कैसे नचत है, कैसे नचत है। वाहिगुरू। सो कीर्तन करदिਆਂ ਕੋਲੋਂ ਕਿੰਨੀਆਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸੋ ਆਓ ਹੁਣ ਆਪਾਂ ਭਾਈ ਸਾਹਿਬ ਜੀ ਤੋਂ ਕਥਾ ਵਿਚਾਰ ਰਾਹੀਂ ਉਹਨਾਂ ਤੋਂ ਸਰਵਣ ਕਰੀਏ। सौ जितनी भी संगत ने प्रसादा छक लिया है, सब नूं बेनती है कि दरबार साहिब आके सजन की कृपालता करो। सो आओ हुण आपां भाई साहिब जी तो कथा विचार सरवण करिए जी। वाहिगुरू जी का खालसा, वाहिगुरू जी की फतेह। वाहिगुरू वाहिगुरू वाहिगुरू। जिहा चिर लिखिया तिहा हुक्म कमाए, कलिया भी नानका सदे उठी जाए दे महामाख अनुसार। सरदार जसवंत सिंह जी की अंतिम अरदास दे विच जुड़ बैठे गुरु रूप गुरु प्यारी साध संगत जीओ।
ਬਖਸ਼ੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸੱਚੇ ਪਾਤਸ਼ਾਹ ਜੀ ਦਾ ਫੈਸਲਾ ਹੈ ਕਿ ਜਦੋਂ ਕੋਈ ਇਨਸਾਨ ਇਸ ਮਾਤ ਲੋਕ 'ਤੇ ਜਨਮ ਲੈਂਦਾ ਹੈ, ਜਨਮ ਤੋਂ ਪਹਿਲਾਂ ਮੌਤ ਲਿਖੀ ਜਾਂਦੀ ਹੈ, ਮੌਤ ਦੇ ਹਾਲਾਤ ਲਿਖੇ ਜਾਂਦੇ ਹਨ, ਮੌਤ ਦਾ ਕਾਰਨ ਲਿਖਿਆ ਜਾਂਦਾ ਹੈ। ਔਰ ਸਭ ਤੋਂ ਵੱਡੀ ਗੱਲ, ਸਾਡਾ ਮਨ ਇਹ ਸਭ ਕੁਝ ਪ੍ਰਵਾਨ ਕਰਦਾ ਹੈ। ਉਸ ਤੋਂ ਬਾਅਦ ਅਕਾਲ ਪੁਰਖ ਵਾਹਿਗੁਰੂ ਇਨਸਾਨ ਨੂੰ ਮਾਤ ਲੋਕ 'ਤੇ ਜਨਮ ਦਿੰਦੇ ਹਨ। ਹਰ ਇੱਕ ਇਨਸਾਨ ਮਰਨਾ ਲਿਖਾ ਕੇ ਮਾਤ ਲੋਕ 'ਤੇ ਆਉਂਦਾ ਹੈ। ਸੱਚੇ ਪਿਤਾ ਵਾਹਿਗੁਰੂ ਜੀ ਦਾ ਫੈਸਲਾ ਹੈ, ਮਰਨ ਲਿਖਾਏ ਮੰਡਲ ਮੇਂ ਆਏ, ਜੀਵਨ ਸਾਜੇ ਮਾਈ। ਮੌਤ ਅਟਲ ਸੱਚਾਈ ਹੈ, ਹਰ ਇੱਕ 'ਤੇ ਆਉਣੀ ਹੈ, ਹਰ ਇੱਕ ਲਿਖਾ ਕੇ ਆਇਆ ਹੈ। ਮਨ ਮੌਤ ਨੂੰ ਪ੍ਰਵਾਨ ਕਰਦਾ, ਫਿਰ ਇਸ ਮਾਤ ਲੋਕ ਦੇ ਉੱਤੇ ਇਸ ਜੀਵਨ ਦੀ ਸਾਜਨਾ ਕੀਤੀ ਜਾਂਦੀ ਹੈ। ਸੋ ਆਪਣੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਸਵੰਤ ਸਿੰਘ ਜੀ ਇਸ ਮਾਤ ਲੋਕ ਤੋਂ ਸਵਾਸਾਂ ਰੂਪੀ ਰਤਨਾਂ ਨੂੰ ਭੋਗਦੇ ਹੋਏ ਮਾਲਕ ਦੇ ਚਰਨਾਂ ਦੇ ਵਿੱਚ ਜਾ ਵਿਰਾਜੇ ਹਨ। ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਆਪਾਂ ਜੁੜ ਬੈਠੇ ਹਾਂ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਗੁਰਮੁਖਾਂ ਪਾਸੋਂ ਜੀਵਨ ਦੀ ਉਹ ਅਗੰਮੀ ਬਖਸ਼ਿਸ਼ ਦੇ ਪਾਤਰ ਬਣ ਰਹੇ ਸੀ, ਜਿਸ ਦੇ ਬਾਰੇ ਪਾਤਸ਼ਾਹ ਜੀ ਦਾ ਫਰਮਾਨ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਵਿਰਾਗਮਈ ਕੀਰਤਨ ਦੁਆਰਾ ਗੁਰਮੁਖ ਪਿਆਰੇ ਆਪਾਂ ਨੂੰ ਅੰਮ੍ਰਿਤਮਈ ਕੀਰਤਨ ਦੇ ਨਾਲ ਜੋੜਨਾ ਕਰ ਰਹੇ ਸੀ। ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਜੀਵਨ ਤੇ ਮੌਤ ਦੀ ਖੇਡ ਹੈ, ਕਿਉਂਕਿ ਅੱਜ ਜਿੱਥੇ ਉਹ ਰੂਹ ਜਾਬ ਰਾਜੀ ਹੈ, ਦੁਨੀਆ ਦੀ ਕੋਈ ਧਨ ਦੌਲਤ ਉੱਥੋਂ ਤੱਕ ਨਹੀਂ ਪਹੁੰਚ ਸਕਦੀ। ਦੁਨੀਆ ਦਾ ਕੋਈ ਸੁੱਖ ਉਹਨਾਂ ਤੱਕ ਨਹੀਂ ਪਹੁੰਚ ਸਕਦਾ। ਅਗਰ ਕੁਝ ਪਹੁੰਚ ਸਕਦਾ ਹੈ, ਉਹ ਹੈ ਸਾਡੇ ਸਵਾਸਾਂ ਰੂਪੀ ਰਤਨਾਂ ਦਾ ਧਨ, ਜੋ ਅਸੀਸ ਰੂਪ ਦੇ ਵਿੱਚ ਆਪਾਂ ਸੰਗਤ ਰੂਪ ਦੇ ਵਿੱਚ ਜੁੜ ਇਹ ਨਿਰਗੁਣ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਂਦੇ ਹਾਂ। ਸੱਚੇ ਪਾਤਸ਼ਾਹ ਜੀ ਦਾ ਫੈਸਲਾ ਹੈ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਆ ਸੰਗਤ ਵਿੱਚ ਜਪਿਆ ਹੀ ਮਾਲਕ ਦੇ ਦਰ 'ਤੇ ਪ੍ਰਵਾਨ ਹੁੰਦਾ ਹੈ, ਔਰ ਇਹ ਜੀਵਨ ਤੋਂ ਅੱਗੇ ਹੋਰ ਕੁਝ ਵੀ ਨਾਲ ਨਹੀਂ ਨਿਭਦਾ। ਸੋ ਗੁਰਮੁਖ ਪਿਆਰਿਓ, ਆਪਾਂ ਅੰਤਮ ਅਰਦਾਸ 'ਤੇ ਪਹੁੰਚੇ ਹਾਂ। ਮਾਲਕ ਦੀ ਬਖਸ਼ਿਸ਼ ਦੇ ਵਿੱਚ ਉਸ ਵਿਛੜੀ ਰੂਹ ਨੂੰ ਇੱਕ ਅਸੀਸ ਦੇਣ ਪਹੁੰਚੇ ਹਾਂ। ਸੰਮਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਓ ਮੇਲ। ਅੱਜ ਉਹ ਵਿਛੜੀ ਰੂਹ ਸਾਡੇ ਤੋਂ ਆਸ ਕਰਦੀ ਹੈ ਕਿ ਮੇਰੇ ਪਰਿਵਾਰ, ਮੇਰੇ ਸਕੇ ਸੰਬੰਧੀ ਕੁਝ ਘੜੀਆਂ ਸੰਗਤ ਦੇ ਵਿੱਚ ਬੈਠ ਕੇ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਜੁੜਨ, ਕਿਉਂਕਿ ਸਵਾਸਾਂ ਰੂਪੀ ਰਤਨਾਂ ਦੀ ਅਸੀਸ ਜਿੱਥੇ ਵਿਛੜੀ ਹੋਈ ਰੂਹ ਨੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਾ ਦਿੰਦੀ ਹੈ, ਉੱਥੇ ਨਾਲ ਹੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਦੀ ਹੈ। ਔਰ ਗੁਰਮੁਖ ਪਿਆਰਿਓ, ਜਿੱਥੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਾਪਤ ਹੁੰਦਾ ਹੈ, ਉੱਥੇ ਆਪਾਂ ਸੰਗਤ ਰੂਪ ਦੇ ਵਿੱਚ ਪਹੁੰਚੇ ਹਾਂ। ਆਪਾਂ ਨੂੰ ਗੁਰਮਤਿ ਦੁਆਰਾ ਜੀਵਨ ਜਿਉਣ ਦੀ ਜੁਗਤ ਪ੍ਰਾਪਤ ਹੁੰਦੀ ਹੈ ਕਿ ਜੀਵਨ ਬਤੀਤ ਕਿਵੇਂ ਕਰਨਾ ਚਾਹੀਦਾ। ਇਹ ਜੋ ਦਿਨ ਤੇ ਰਾਤ ਦੇ ਵਿੱਚ
ਮਾਲਕ ਸਾਨੂੰ ਜੀਵਨ ਤੇ ਮੌਤ ਦੀ ਖੇਡ ਖਿਡਾ ਰਹੇ ਹਨ, ਕਿਤੇ ਸਾਡੇ ਮਨ ਨੂੰ ਇਹ ਸਮਝ ਆ ਜਾਏ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਅੱਜ ਕਰੋਨਾ ਮਹਾਮਾਰੀ ਦੇ ਰੂਪ ਦੇ ਵਿੱਚ ਇਹ ਬੜਾ ਭਿਆਨਕ ਦੌਰ ਚੱਲ ਰਿਹਾ ਹੈ। ਕੋਈ ਉਮਰ ਦਾ ਲਿਹਾਜ਼ ਨਹੀਂ, ਬੱਚੇ ਇਹਦੇ ਨਾਲ ਮਰ ਰਹੇ ਹਨ, ਨੌਜਵਾਨੀ ਇਹਦੇ ਨਾਲ ਜਾ ਰਹੀ ਹੈ, ਬੁਢਾਪੇ ਨੇ ਤੇ ਇੱਕ ਦਿਨ ਤੇ ਜਾਣਾ ਹੀ ਹੈ। ਪਰ ਗੁਰਮੁਖ ਪਿਆਰਿਓ, ਸਹਿਜ ਸੁਭਾਅ ਹੀ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਕਿਹਦਾ ਧਨ ਕਿੱਥੇ ਖਤਮ ਹੋ ਜਾਏ। ਸੁਣਨ ਵਿੱਚ, ਦੇਖਣ ਵਿੱਚ ਅਕਸਰ ਇਹ ਗੱਲ ਆ ਰਹੀ ਹੈ ਕਿ ਜੀ ਅੱਜ ਸਵੇਰੇ ਮਿਲੇ ਤਾਂ ਚੰਗੇ ਭਲੇ ਸੀ, ਤੇ ਸ਼ਾਮ ਨੂੰ ਜਾਂ ਅਗਲੇ ਦਿਨ ਸਵੇਰੇ ਖਬਰ ਆ ਗਈ ਜੀ ਉਹ ਤਾਂ ਸਰੀਰ ਹੀ ਛੱਡ ਗਏ। ਸੱਚੇ ਪਾਤਸ਼ਾਹ ਜੀ ਦਾ ਫੈਸਲਾ ਹੈ, ਗਿਣ ਘਾਲੇ ਸਭ ਦਿਵਸ ਸਾਸ, ਨਹਿ ਵਧਣ ਘਟਣਾ ਤਿਲ ਸਾਰ। ਜੋ ਮਾਲਕ ਨੇ ਗਿਣ ਕੇ ਦਿਨ ਸਮਾਂ ਸਵਾਦ ਦਿੱਤਾ, ਤਿਲ ਪਰ ਨਹੀਂ ਵੱਧ ਘਟ ਸਕਦੇ। ਪਰ ਗੁਰੂ ਪਿਆਰੀ ਸਾਧ ਸੰਗਤ ਜੀ, ਇਹੋ ਜਿਹਾ ਦੌਰ ਜੋ ਅੱਜ ਚੱਲ ਰਿਹਾ ਬੜਾ ਭਿਆਨਕ ਦੌਰ ਹੈ। ਔਰ ਸਿਰਫ ਭਿਆਨਕ ਹੀ ਨਹੀਂ ਕਹਿ ਸਕਦੇ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਇੰਨੇ ਡਰਾਉਣੇ ਹਾਲਾਤ ਹਨ ਕਿ ਅਗਰ ਅੱਜ ਕੋਈ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਏ ਤਾਂ ਪਰਿਵਾਰ ਵਾਲੇ ਉਸ ਦੀ ਮ੍ਰਿਤਕ ਦੇਹ ਨੂੰ ਲੈਣ ਲਈ ਤਿਆਰ ਨਹੀਂ, ਉਹਦੀ ਅੰਤਮ ਕਿਰਿਆ ਕਰਨ ਤੱਕ ਤਿਆਰ ਨਹੀਂ। ਤੇ ਜੇ ਕਿਤੇ ਆਪਾਂ ਯੂਪੀ ਬਿਹਾਰ ਵਾਲੀ ਸਾਈਡ ਦੇਖੀਏ, ਕਿਵੇਂ ਗੰਗਾ ਦੇ ਵਿੱਚ, ਜਮਨਾ ਦੇ ਵਿੱਚ ਲਾਸ਼ਾਂ ਬਹਾਈਆਂ ਜਾ ਰਹੀਆਂ, ਕਿਵੇਂ ਉਹਨੂੰ ਕੁੱਤੇ ਬਿੱਲੇ ਜਾਨਵਰ ਉਹਨਾਂ ਲਾਸ਼ਾਂ ਦੀ ਬੇਅਦਬੀ ਕਰ ਰਹੇ ਹਨ, ਉਹਨੂੰ ਖਾ ਰਹੇ ਹਨ। ਬੜਾ ਭਿਆਨਕ ਦੌਰ ਚੱਲ ਰਿਹਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ। ਅਰਦਾਸ ਬੇਨਤੀ ਦੇ ਰੂਪ ਦੇ ਵਿੱਚ ਕੁਝ ਘੜੀਆਂ ਸਿਮਰਨ ਕਰਨਾ। ਸਿਮਰਨ ਇਸ ਕਰਕੇ ਕਰਨਾ ਹੈ ਕਿਉਂਕਿ ਸੱਚੇ ਪਾਤਸ਼ਾਹ, ਇਹ ਜੋ ਮਾਤ ਲੋਕ ਤੇ ਇਹ ਭਿਆਨਕ ਦੌਰ ਚੱਲ ਰਿਹਾ ਹੈ, ਸਾਡੇ ਤੇ ਕਿਰਪਾ ਕਰੋ। ਜਿੱਥੇ ਸਾਡੇ ਸਾਰੇ ਪਰਿਵਾਰਾਂ ਨੂੰ ਤੰਦਰੁਸਤੀਆਂ ਬਖਸ਼ੋ, ਉੱਥੇ ਸਰਬੱਤ ਦੇ ਭਲੇ ਦੇ ਨਾਲ ਨਾਲ ਹਰ ਪਰਿਵਾਰ ਦੇ ਵਿੱਚ ਸੁੱਖ ਵਰਤਾਉਣੇ ਕਰੋ। ਹਰ ਗੁਰਸਿੱਖ ਨੂੰ ਹੁਕਮ ਹੈ ਭਲਾ ਮੰਗਣ ਦੀ। ਰੋਜ਼ ਆਪਾਂ ਇਹ ਜੋਦੜੀਆਂ ਬੇਨਤੀਆਂ ਕਰਦੇ ਹਾਂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ। ਕਿਉਂ ਜਪਣਾ ਜ਼ਰੂਰੀ ਹੈ? ਕਿਉਂਕਿ ਹਰ ਗੁਰਸਿੱਖ ਨੂੰ ਇਹ ਹੁਕਮ ਹੈ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹਰ ਗੁਰਸਿੱਖ ਨੂੰ ਹੁਕਮ ਹੈ ਕਿ ਭਾਈ ਤੂੰ ਸਰਬੱਤ ਦਾ ਭਲਾ ਮੰਗਣਾ ਹੈ। ਹੁਣ ਗੁਰਮੁਖ ਪਿਆਰੇ ਉਦਾਸ ਨੇ ਵੀ ਆਖ ਦਿੱਤਾ ਤੇਰੇ ਭਾਣੇ ਸਰਬੱਤ ਦਾ ਭਲਾ। ਆਪ ਜੀ ਸਿੱਖ ਸੰਗਤ ਨੇ ਵੀ ਆਖ ਦਿੱਤਾ ਸਰਬੱਤ ਦਾ ਭਲਾ। ਹਰ ਰੋਜ਼ 2 ਟਾਈਮ ਤੇ ਗੁਰਸਿੱਖ ਸਵੇਰੇ ਸ਼ਾਮ ਅਰਦਾਸ ਕਰਦਾ ਹੀ ਹੈ ਨਾ। ਰੋਜ਼ ਆਪਾਂ ਸਰਬੱਤ ਦਾ ਭਲਾ 2 ਵਾਰ ਤੇ ਦਿਨ ਦੇ ਵਿੱਚ ਆਖਦੇ ਹੀ ਹਾਂ। ਪਰ ਗੁਰੂ ਪਿਆਰੀ ਸਾਧ ਸੰਗਤ ਜੀ, ਵਿਚਾਰਨ ਦੀ ਲੋੜ ਹੈ ਕਿ ਸਾਡੇ ਕਹਿਣ ਦੇ ਨਾਲ ਸਰਬੱਤ ਦਾ ਭਲਾ ਹੋ ਜਾਏਗਾ। ਦਾਸ ਨੇ ਵੀ ਆਖ ਦਿੱਤਾ ਤੇਰੇ ਭਾਣੇ ਸਰਬੱਤ ਦਾ ਭਲਾ। ਆਪ ਜੀ ਨੇ ਵੀ ਆਖ ਦਿੱਤਾ ਸਰਬੱਤ ਦਾ ਭਲਾ ਕਿ ਸਾਡੇ ਕਹਿਣ ਦੇ ਨਾਲ ਸਰਬੱਤ ਦਾ ਮਤਲਬ ਕਿ ਪੂਰੀ ਸ੍ਰਿਸ਼ਟੀ ਦਾ ਹੀ ਭਲਾ ਹੋ ਜਾਏ। ਕਿ ਸਾਡੇ ਕਹਿਣ ਨਾਲ ਹੋ ਜਾਏਗਾ? ਨਹੀਂ ਹੋਏਗਾ। ਕਿਵੇਂ ਹੋਏਗਾ? ਫਿਰ ਆਪਾਂ ਇੱਕ ਵਾਰ ਬਚਨ ਰਿਪੀਟ ਕਰੀਏ। ਹਰ ਰੋਜ਼ ਆਪਾਂ ਸਤਿਗੁਰਾਂ ਦੇ ਸਨਮੁਖ ਹੋ ਕੇ ਜੋਦੜੀ ਬੇਨਤੀ ਕਰਦੇ ਹਾਂ ਕਿ ਸਰਬੱਤ ਦਾ ਭਲਾ ਕਿਵੇਂ ਹੋਏਗਾ। ਔਰ ਬਚਨ ਕਰਦੇ ਹਾਂ ਪਰ ਖਿਸਕ ਜਾਂਦੇ ਹਾਂ। ਬਚਨ ਕਰੇ ਜੋ ਖਿਸਕ ਜਾਏ ਸਹੀ ਨਰ ਕੱਚਾ। ਬਚਨ ਵੀ ਕਰਦੇ ਹਾਂ, ਕਿਤੇ ਨਾ ਕਿਤੇ ਅਸੀਂ ਉਹ ਬਚਨ ਤੋਂ ਪਿੱਛੇ ਵੀ ਹਟ ਜਾਂਦੇ ਹਾਂ। ਕੀ ਬਚਨ ਆਪਾਂ ਸਤਿਗੁਰਾਂ ਦੇ ਨਾਲ ਰੋਜ਼ ਕਰਦੇ ਹਾਂ ਜਿਹਦੇ ਨਾਲ ਸਰਬੱਤ ਦਾ ਭਲਾ ਹੋ ਜਾਏ। ਫਿਰ ਇੱਕ ਵਾਰ ਆਪਾਂ ਰਿਪੀਟ ਕਰੀਏ
प्रथमे सरबत खालसा जी की अरदास है जी। गुरसिख बेनती करदा एक, किहदे वलों बेनती करदा है? सरबत खालसे वलों। पूरी दुनिया दे विच किते ना किते कोई ना कोई गुरु दा सिख जरूर बैठा जिहड़ा अरदास बेनती करदा है। एक गुरसिख अगर सतगुरु दे सन्मुख हो के बेनती करदा है, किहदे वलों करदा है? सरबत खालसे वलों बेनती हो रही है। जां ये कह लईए भी आपां चाहे घरां दे विच सुत्ते भी पए होईए तां भी किते ना किते कोई ना कोई गुरु दा सिख साडे लई अरदास करदा है, और असीं होरनां लई अरदास करदे हां। की करदे हां? प्रथमे सरबत खालसा जी की अरदास है जी। सरबत खालसा जी को वाहिगुरु 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 चेतावै। हुण जे सारे वाहिगुरु आखीए तो की होएगा? चित आवन का सदका सर्व सुख होवै, जो जो जपै तिसी की गत होवै। हुण जिहनूं प्यास लगी है पानी पीएगा, प्यास तो उसे दी मिटेगी ना। अगर हुण दास आखे जी पानी मैं पी लिया तो प्यास तुहाडी मिट जाएगी, नहीं हो सकता। जो जो जपै तिसी की गत होवै, जेड़ा जेड़ा शुकराना करेगा। सरबत खालसा जी को वाहिगुरु 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 चेतावै। जे सारे वाहिगुरु जपीए तो की होएगा? चेतावन का सदका सर्व सुख होवै। हुण पढ़दे ते रोज़ हाँ, गावीए सुणीए मन रखीए भाओ, दुख पर हर सुख कर लै जाए। सो गुरमुख प्यारिओ, आओ जिथे आपां अरदास बेनती करन लई पहुँचे हाँ कि सच्चे पिता वाहिगुरू जी साडी ਉਹ रूह ਜਿਹੜੀ आप जी ਦੇ ਚਰਨਾਂ ਦੇ ਵਿੱਚ ਸਰਦਾਰ ਜਸਵੰਤ ਸਿੰਘ ਜੀ ਆਪ ਰਾਜੇ ਹਨ, ਉਸ ਵਿਚਲੀ रूह ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰੋ। ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੋ ਤੇ ਸਾਨੂੰ ਜੀਵਨ ਜਿਉਣ ਦੀ ਜੁਗਤ ਬਖਸ਼ਿਸ਼ ਕਰੋ, ਤਾਂ ਕਿ ਉਹ रूह ਮਾਲਕ ਦੇ ਚਰਨਾਂ ਦੇ ਵਿੱਚ ਜਾ ਕੇ ਸੁਖੀ ਹੋ ਜਾਏ। ਜਮਾਂ ਦਾ ਜਿਹੜਾ ਖੇਡ ਹੈ ਪੈਂਡਾ ਕੱਟਿਆ ਜਾਏ, ਕਿਉਂਕਿ ਜਮ ਕਾ ਠੇਂਗਾ ਬੁਰਾ ਹੈ ਉਹ ਨਾ ਸਿਹਾ ਜਾਏ। ਉਹ रूह ਨੂੰ ਮਾਲਕ ਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਹੋ ਜਾਏ। ਪਿੱਛੇ ਪਰਿਵਾਰ ਨੂੰ ਜਿੱਥੇ ਭਾਣਾ ਮੰਨਣ ਦਾ ਬਲ ਪ੍ਰਾਪਤ ਹੋਏ, ਉੱਥੇ ਪਰਿਵਾਰਾਂ ਦੇ ਵਿੱਚ ਸੁੱਖ ਵਰਤੇ। ਕਿਵੇਂ ਵਰਤੇਗਾ? ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਤੇ ਸਾਨੂੰ ਜੀਵਨ ਜਿਉਣ ਦੀ ਜੁਗਤ ਬਖਸ਼ਿਸ਼ ਕਰੋ। ਅਗਰ ਇਹ ਔਖਾ ਸਮਾਂ ਆਇਆ ਹੈ, ਸੱਚੇ ਪਾਤਸ਼ਾਹ ਮੰਨਦੇ ਆ ਸਾਡੀਆਂ ਗਲਤੀਆਂ ਨੇ, ਕਿਉਂਕਿ ਇਨਸਾਨ ਦਾ ਕੁਦਰਤ ਦੇ ਨਾਲ ਖਿਲਵਾੜ ਅੱਜ ਇਨਸਾਨ ਨੂੰ ਭੋਗਣਾ ਪੈ ਰਿਹਾ। ਪੌਣ ਪਾਣੀ ਅਗਨ ਦਾ ਅਸੀਂ ਸੰਤੁਲਨ ਹੀ ਵਿਗਾੜ ਲਿਆ, ਧਰਤੀ ਨੂੰ ਅਸੀਂ ਵਿਗਾੜ ਦਿੱਤਾ, ਧਰਤੀ ਦੇ ਨੀਚੇ ਪਾਣੀ ਅਸੀਂ ਖਰਾਬ ਕਰ ਦਿੱਤਾ। ਗੁਰੂ ਪਿਆਰੀ ਸਾਧ ਸੰਗਤ ਜੀ, ਕਿਤੇ ਕੁਦਰਤ ਦਾ ਵਿਨਾਸ਼ ਕਰਨ ਦੇ ਵਿੱਚ ਇਨਸਾਨ ਦਾ ਬਹੁਤ ਵੱਡਾ ਹੱਥ ਹੈ, ਔਰ ਉੱਥੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਕਰਮ ਭੋਗਣਾ ਵੀ ਫਿਰ ਇਨਸਾਨ ਨੂੰ ਹੀ ਪੈ ਰਿਹਾ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਸਿਮਰਨ ਕਰੀਏ ਤਾਂ ਕਿ ਸਾਡੇ ਮਨ ਦੀ ਇਕਾਗਰਤਾ ਬਣ ਸਕੇ। ਅਸੀਂ ਕੁਦਰਤ ਦੀ ਸੰਭਾਲ ਕਰੀਏ ਤੇ ਕੁਦਰਤ ਸਾਡੀ ਸੰਭਾਲ ਕਰੇਗੀ, ਕਿਉਂਕਿ ਆਪਾਂ ਰੋਜ਼ ਪੜ੍ਹਦੇ ਹਾਂ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ। ਗੁਰੂ ਪਿਆਰੀ ਸਾਧ ਸੰਗਤ ਜੀ, ਜੇ ਅਸੀਂ ਕੁਦਰਤ ਨੂੰ ਸੰਭਾਲ ਕੇ ਰੱਖਾਂਗੇ ਤੇ ਕੁਦਰਤ ਸਾਨੂੰ ਜੀਵਨ ਦੇ ਕੇ ਜਿੰਦਾ ਰੱਖੇਗੀ। ਅਗਰ ਅਸੀਂ ਕੁਦਰਤ ਦਾ ਵਿਨਾਸ਼ ਕਰਨ ਵਾਲੇ ਪਾਸੇ ਚੱਲਦੇ ਰਹੇ ਤਾਂ ਇੱਕ ਦਿਨ ਸਾਡੇ ਵੀ ਜੀਵਨ ਦਾ ਵਿਨਾਸ਼ ਤੈਅ ਹੈ। ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਕਿਤੇ ਸਾਨੂੰ ਇਹ ਮੱਤ ਆ ਜਾਏ, ਪੜ੍ਹਦੇ ਰੋਜ਼ ਆ ਪਵਨ ਗੁਰੂ, ਪਵਨ ਨੂੰ ਗੁਰੂ ਦਾ ਖਿਤਾਬ ਹੈ। ਅਸੀਂ ਅੱਜ ਇਹ ਪਾਉਣ ਨੂੰ ਪੋਲਿਊਸ਼ਨ ਕਰ ਦਿੱਤਾ ਹੈ, ਪੋਲਿਊਸ਼ਿਤ ਕਰ ਦਿੱਤਾ ਹੈ। ਪਾਣੀ ਨੂੰ ਪਿਤਾ ਦਾ ਖਿਤਾਬ ਹੈ, ਅੱਜ ਅਸੀਂ ਪਿਤਾ ਪਾਣੀ ਦਾ ਵੀ ਸਿਸਟਮ ਵਿਗਾੜ ਕੇ ਰੱਖ ਦਿੱਤਾ ਹੈ। ਧਰਤੀ ਨੂੰ ਮਾਤਾ ਦਾ ਖਿਤਾਬ ਹੈ, ਪਾ ਕੇ ਅਨੇਕਾਂ ਤਰ੍ਹਾਂ ਦੇ ਯੂਰੀਏ ਜਾਂ ਅਨੇਕਾਂ ਤਰ੍ਹਾਂ ਦੇ ਰਸਾਇਣ ਅਸੀਂ ਇਹ ਧਰਤੀ ਨੂੰ ਵੀ ਖਰਾਬ ਕਰ ਦਿੱਤਾ ਹੈ।
ਔਰ ਇਹਦੀ ਪੈਦਾਵਾਰ ਗੁਰੂ ਪਿਆਰੀ ਸਾਧ ਸੰਗਤ ਜੀ ਬਨਸਪਤੀ ਜਿਹੜੀ ਸਾਨੂੰ ਸਾਹ ਦੇ ਕੇ ਜਿੰਦਾ ਰੱਖਦੀ ਹੈ। ਗੁਰਮੁਖ ਪਿਆਰਿਓ, ਤੰਦਰੁਸਤ ਇਨਸਾਨ, ਤੰਦਰੁਸਤ ਨੂੰ ਪੁੱਛ ਲਏ ਨਾ ਸਵਾਸਾਂ ਦੀ ਕੀਮਤ ਸਮਝ ਨਹੀਂ ਆਉਂਦੀ। ਅੱਜ ਆਪਣੇ ਸਾਹਮਣੇ ਆ ਕੋਈ ਇਨਸਾਨ ਹਸਪਤਾਲ ਦੇ ਵਿੱਚ ਪਿਆ, ਕਿਤੇ ਆਕਸੀਜਨ ਦੀ ਘਾਟ, ਤੇ ਆਪਾਂ ਦੇਖਦੇ ਹਾਂ 50-50 ਹਜ਼ਾਰ 60-60 ਹਜ਼ਾਰ ਜਾਂ ਲੱਖ ਰੁਪਏ ਨੂੰ ਇੱਕ ਆਕਸੀਜਨ ਦਾ ਸਿਲੰਡਰ ਮਿਲਦਾ ਹੈ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਕਿੰਨੇ ਨਸ਼ੁਕਰੇ ਅਸੀਂ ਹੋ ਕੇ ਚੱਲਦੇ ਹਾਂ। ਜਨਮ ਤੋਂ ਲੈ ਕੇ ਅਸੀਂ ਕਦੇ ਫਿਕਰ ਨਹੀਂ ਸੀ ਕੀਤਾ ਕਿ ਸਾਨੂੰ ਇਹ ਆਕਸੀਜਨ ਦੀ ਲੋੜ ਹੈ। ਕੁਦਰਤ ਸਹਿਜ ਸੁਭਾਅ ਦੇ ਰਹੀ ਹੈ। ਕਿਤੇ ਗੁਰਮੁਖ ਪਿਆਰਿਓ, ਆਪਾਂ ਇਹ ਕੁਦਰਤ ਦਾ ਸੰਭਾਲ ਕਰਨ ਦੇ ਯੋਗ ਬਣ ਜਾਈਏ, ਕੁਦਰਤ ਆਪਾਂ ਨੂੰ ਸੰਭਾਲ ਲਏਗੀ, ਕਿਉਂਕਿ ਕੁਦਰਤ ਦੇ ਵਿੱਚ ਹੀ ਉਹ ਮਾਲਕ ਵਰਤਦਾ ਹੈ। ਮਾਲਕ ਨੇ ਕੁਦਰਤ ਸਾਜੀ ਹੈ, ਆਪੇ ਕੁਦਰਤ ਸਾਜ ਕੇ ਆਪੇ ਕਰਤਾ ਕਰੇ ਵਿਚਾਰ। ਸਾਜੀ ਵੀ ਕੁਦਰਤ ਪਰਮਾਤਮਾ ਨੇ ਹੈ, ਔਰ ਕੁਦਰਤ ਤੋਂ ਹੀ ਇਹ ਸਾਰਾ ਖੇਡ ਚੱਲਿਆ। ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਸੰਗਤੀ ਰੂਪ ਦੇ ਵਿੱਚ ਆਪਾਂ ਕੁਝ ਘੜੀਆਂ ਸਿਮਰਨ ਕਰਨਾ ਹੈ। ਔਰ ਦੂਸਰੀ ਬੇਨਤੀ ਹੈ, ਪਾਤਸ਼ਾਹ ਜੀ ਦਾ ਫੈਸਲਾ, ਵਕਤ ਵਿਚਾਰੇ ਸੋ ਬੰਦਾ ਹੋਏ। ਅੱਜ ਅਗਰ ਕੁਝ ਸਰਕਾਰੀ ਹਦਾਇਤਾਂ ਨੇ ਕਿ ਆਪਸੀ ਫਾਸਲਾ ਬਣਾ ਕੇ ਰੱਖਣਾ ਹੈ, ਸਾਨੂੰ ਇਹ ਵਚਨ ਵਿਚਾਰ ਲੈਣੇ ਚਾਹੀਦੇ ਹਨ। ਅਸੀਂ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਹੈ, ਸਾਨੂੰ ਇਹ ਗੱਲਾਂ ਵਿਚਾਰ ਲੈਣੀਆਂ ਚਾਹੀਦੀਆਂ। ਅੱਜ ਸਾਇੰਸ ਇਹ ਆਖ ਰਹੀ ਹੈ ਜੀ, ਸਾਨੂੰ ਨਸ਼ੇ ਤਿਆਗ ਦੇਣੇ ਚਾਹੀਦੇ ਹਨ, ਸਾਨੂੰ ਮਾੜੇ ਕਰਮ ਤਿਆਗ ਦੇਣੇ ਚਾਹੀਦੇ ਹਨ। ਪਰ ਗੁਰੂ ਪਿਆਰੀ ਸਾਧ ਸੰਗਤ ਜੀ, ਕਿਤੇ ਜੀਵਨ ਹੀ ਇਹੋ ਜਿਹਾ ਬਣ ਜਾਏ। 3 ਵਾਰ ਵਾਹਿਗੁਰੂ ਜਪਦੇ ਹਾਂ, ਵਾਹਿਗੁਰੂ 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 ਚਿਤ ਆਵੈ। 3 ਵਾਰ ਦਾ ਮਤਲਬ ਕੀ ਹੈ? ਆਕਾਸ਼ ਲੋਕ, ਭੂਮ ਲੋਕ ਤੇ ਪਤਾਲ ਲੋਕ। ਪਤਾਲ ਲੋਕ ਦਾ ਜਿੰਨਾ ਸਮੁੰਦਰੀ ਜੀਵਨ ਹੈ, ਇਹ ਵੀ ਡਿਸਟਰਬ ਹੋ ਰਿਹਾ। ਆ ਭੂਮ ਲੋਕ ਦੇ ਉੱਤੇ ਜਿਹੜਾ ਜੀਵਨ ਹੈ, ਇਹ ਵੀ ਡਿਸਟਰਬ ਹੋ ਰਿਹਾ। ਆਕਾਸ਼ ਲੋਕ ਦੇ ਵਿੱਚ ਪੰਛੀਆਂ ਨੂੰ ਛੱਡਿਆ ਸੀ, ਅੱਜ ਪੰਛੀ ਵੀ ਮਰ ਰਹੇ ਨੇ। ਉਹ ਚਾਹੇ G5 ਦੀ ਮਿਹਰਬਾਨੀ ਹੈ, ਅਨੇਕਾਂ ਕਾਰਨ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਕਿਤੇ ਸਾਡਾ ਮਨ ਇਹ ਵਾਤਾਵਰਨ ਦੀ ਸ਼ੁੱਧਤਾ ਦੇ ਲਈ ਕੁਝ ਯੋਗਦਾਨ ਪਾ ਸਕੇ। ਸੋ ਉਹਦੇ ਲਈ ਆਓ, ਇਹ 3 ਵਾਰ ਵਾਹਿਗੁਰੂ ਕਹਿਣ ਦਾ ਮਤਲਬ ਆਕਾਸ਼ ਲੋਕ, ਭੂਮ ਲੋਕ ਤੇ ਪਤਾਲ ਲੋਕ, ਤਿੰਨਾਂ ਲੋਕਾਂ ਦਾ ਜੀਵਨ ਸੌਖਾ ਹੋ ਜਾਏ, ਤਾਂ ਕਿ ਅਸੀਂ ਚੌਥੇ ਪਦ ਆਪਣੇ ਘਰ ਦੇ ਵਿੱਚ ਸੁੱਖ ਲੈ ਕੇ ਜਾ ਸਕੀਏ। ਚੌਥੇ ਪਦ ਨੂੰ ਨਿਜ ਘਰ, ਮਨ ਦਾ ਨਿਜ ਘਰ ਆਖਿਆ। ਜਿੱਥੇ ਮਾਲਕ ਨੇ ਦੁੱਖ ਨਾਮ ਦੀ ਕੋਈ ਚੀਜ਼ ਨਹੀਂ ਰੱਖੀ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਾਹੁਰ ਨਾ ਹੋਏ ਗੋ ਫੇਰਾ। ਸੋ ਗੁਰਮੁਖ ਪਿਆਰਿਓ, ਵਕਤ ਵਿਚਾਰ ਲੈਣਾ ਚਾਹੀਦਾ। ਕੋਈ ਤਕਲੀਫ ਹੈ, ਸਮੇਂ ਦੇ ਨਾਲ ਬੜੇ ਦੇਸੀ ਇਲਾਜ ਨੇ। ਘਰਾਂ ਦੇ ਵਿੱਚ ਆਪਾਂ ਅਕਸਰ ਦੇਸੀ ਇਲਾਜ ਵਰਤਦੇ ਹਾਂ, ਸਾਨੂੰ ਇਹਦੇ ਤੋਂ ਸੁਚੇਤ ਹੋਣਾ ਚਾਹੀਦਾ। ਗੁਰਮੁਖ ਪਿਆਰੇ ਭਾਈ ਸਾਹਿਬ, ਭਾਈ ਰਾਜਵਿੰਦਰ ਸਿੰਘ ਜੀ ਫੌਜੀ ਸਾਹਿਬ, ਬੜਾ ਪਿਆਰ ਹੈ, ਦਾਸਾਂ ਦੇ ਨਾਲ ਪ੍ਰਚਾਰ ਕਰਦੇ, ਸਿਮਰਨ ਕਰਦੇ। ਵੈਸੇ ਤੇ ਗੁਰੂ ਮਹਾਰਾਜ ਦਾ ਫੈਸਲਾ ਹੈ, ਧੰਨ ਜਣੇ ਦੀ ਮਾਓ ਸਿਆਏ ਸਫਲ ਸੇ, ਧੰਨ ਉਹ ਮਾਤਾ ਪਿਤਾ, ਧੰਨ ਉਹ ਪਰਿਵਾਰ, ਧੰਨ ਉਹ ਕੁੱਲ ਜਿਸ ਕੁੱਲ ਦੇ ਵਿੱਚ ਕੋਈ ਇਨਸਾਨ ਮਾਲਕ ਦੇ ਸ਼ੁਕਰਾਨੇ ਵਾਲਾ ਆਉਂਦਾ ਹੈ। ਵੈਸੇ ਹੀ ਧੰਨਤਾ ਦੇ ਯੋਗ ਹੋ ਜਾਂਦੇ ਹਨ। ਸੋ ਗੁਰਮੁਖ ਪਿਆਰਿਆਂ ਦਾ ਫੋਨ ਆਇਆ ਜੀ, ਫਾਦਰ ਸਾਹਿਬ ਢਿੱਲੇ ਹੋ ਗਏ, ਖੰਨੇ ਲੈ ਗਏ। ਤਾਂ ਦੱਸਿਆ ਵੀ ਇਸ ਤਰ੍ਹਾਂ ਦਾ ਉਦਮ ਕਰ ਲਓ। ਕਹਿੰਦੇ ਜੀ ਸੀਰੀਅਸ ਨੇ, ਤੇ ਰਾਤ ਨੂੰ 1:30 ਵਜੇ ਸਰੀਰ ਛੱਡ ਗਏ। ਗੁਰਮੁਖ ਪਿਆਰਿਓ, ਕੀ ਕਿਹਾ ਜਾ ਸਕਦਾ ਹੈ? ਮਾਲਕ ਦੇ ਨਾਲ ਤੇ ਰੋਸ ਵੀ ਨਹੀਂ ਕੀਤਾ ਜਾ ਸਕਦਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸਮੇਂ ਦੇ ਵਿੱਚ ਜਿੱਥੇ ਆਪਾਂ ਤਨ ਦੀ ਚੜ੍ਹਦੀ ਕਲਾ ਦੇ ਲਈ ਪੂਰਾ ਪਰਹੇਜ਼, ਆਪਣੇ ਆਹਾਰ ਦਾ, ਖਾਣ ਪੀਣ ਦਾ ਧਿਆਨ ਰੱਖੀਏ, ਉੱਥੇ ਮਨ ਦੀ ਚੜ੍ਹਦੀ ਕਲਾ ਦੇ ਲਈ ਕੁਝ ਘੜੀਆਂ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰੀਏ, ਕਿਉਂਕਿ ਸਿਮਰਨ ਦੇ ਵਿੱਚ ਐਡੀ ਪਾਵਰ ਹੈ। ਇਹਦੇ ਨਾਲ ਮਨ ਅਡੋਲ ਅਵਸਥਾ ਵਿੱਚ ਆ ਜਾਂਦਾ ਹੈ। ਕਿਉਂਕਿ ਅੱਜ ਦੇ ਜੋ ਹਾਲਾਤ ਨੇ, ਕਿਸੇ ਇਨਸਾਨ ਨੂੰ ਪਤਾ ਲੱਗ ਜਾਏ ਕਰੋਨਾ ਹੋ ਗਿਆ ਨਾ, ਗੁਰਮੁਖੋ ਕਰੋਨਾ ਦੀ ਬਿਮਾਰੀ ਨਾਲ ਘੱਟ ਮਰਦਾ ਹੈ, ਉਹ ਟੈਨਸ਼ਨ ਦੇ ਵਿੱਚ ਆ ਕੇ ਹਾਰਟ ਅਟੈਕ ਨਾਲ ਮਰ ਜਾਂਦਾ ਹੈ, ਡੈਥ ਹੋ ਜਾਂਦੀ ਹੈ। ਟੈਨਸ਼ਨ ਇੰਨੀ ਹਊਆ ਐਡਾ ਵੱਡਾ ਬਣ ਗਿਆ ਕਿ ਉਹਦੀ ਚਿੰਤਾ ਦੇ ਨਾਲ ਹੀ ਹਾਰਟ ਅਟੈਕ ਹੋ ਕੇ ਮੌਤ ਹੁੰਦੀ ਹੈ।
पर एक गुरबाणी है, संगत है, सिमरन है, सेवा है ਜਿਹੜੀ ਸਾਨੂੰ ਅਚਿੰਤ ਅਵਸਥਾ ਵਿੱਚ ਲੈ ਕੇ ਜਾਂਦੀ ਹੈ। ਆਪਾਂ ਸੰਗਤ ਵਿੱਚ ਬੈਠੇ ਹਾਂ, ਆਪਣੇ ਆਪ ਦੇ ਨਾਲ ਸਵਾਲ ਕਰੀਏ ਕਿ ਅਸੀਂ ਚਿੰਤਾ ਮੁਕਤ ਹਾਂ? ਕੋਈ ਨਾ ਕੋਈ ਚਿੰਤਾ ਤੇ ਹੈ। ਕਿਸੇ ਨੂੰ ਪਰਿਵਾਰ ਦੀ ਚਿੰਤਾ ਹੈ, ਕਾਰੋਬਾਰ ਦੀ ਚਿੰਤਾ, ਸਿਹਤ ਦੀ ਚਿੰਤਾ ਹੈ, ਕਿਸੇ ਨੂੰ ਕੁਝ ਦੇਣ ਦੀ ਚਿੰਤਾ, ਕਿਸੇ ਤੋਂ ਕੁਝ ਲੈਣ ਦੀ ਚਿੰਤਾ। ਵਿਸ਼ਾ ਕੋਈ ਵੀ ਹੋਵੇ, ਕੋਈ ਨਾ ਕੋਈ ਚਿੰਤਾ ਹੈ ਜਿਹੜੀ ਅੱਖ ਖੁੱਲ੍ਹਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਸਾਡੇ ਜੀਵਨ ਦੇ ਨਾਲ ਚੱਲਦੀ ਹੈ। ਕਿ ਅਸੀਂ ਚਿੰਤਾ ਮੁਕਤ ਹੋਣਾ ਚਾਹੁੰਦੇ ਹਾਂ? ਹਰ ਕੋਈ ਚਾਹੁੰਦਾ ਹੈ। ਕਦੇ ਵਿਚਾਰਿਆ ਕਿਵੇਂ ਚਿੰਤਾ ਮੁਕਤ ਹੋਇਆ ਜਾ ਸਕਦਾ ਹੈ? ਸਤਿਗੁਰੂ ਰੋਜ਼ ਸਮਝਾਉਂਦੇ ਨੇ ਕਿ ਮੇਰੇ ਮਨ ਬੱਚੇ, ਮੇਰਾ ਆ ਬਚਨ ਕਮਾ, ਜਿਉਂ-ਜਿਉਂ ਬਚਨ ਕਮਾਉਂਦਾ ਜਾਏਗਾ ਤੇਰਾ ਜੀਵਨ ਚਿੰਤਾ ਮੁਕਤ ਹੋ ਜਾਏਗਾ। ਉਹ ਕਿਹੜਾ ਬਚਨ ਹੈ? ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਭੇਖ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਤ। ਆ ਜਿਹੜੀ ਅੰਤਰਗਤ ਚਿੰਤਾ ਦੇ ਵਿਸ਼ੇ ਨੇ ਨਾ, ਕਿਉਂਕਿ ਅਨੇਕਾਂ ਚਿੰਤਾ ਦੇ ਵਿਸ਼ੇ ਨੇ। ਗੁਰੂ ਸਾਹਿਬਾਂ ਦਾ ਫੈਸਲਾ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਕੋਈ ਥਿਰ ਨਹੀਂ ਹੈ, ਹਰ ਚੀਜ਼ ਮਾਰਗ 'ਤੇ ਚੱਲ ਰਹੀ ਹੈ। ਆ ਸਾਡਾ ਜੀਵਨ ਵੀ ਮਾਰਗ 'ਤੇ ਚੱਲ ਰਿਹਾ। ਜਨਮ ਹੋਇਆ, ਬਚਪਨੇ ਦੇ ਵਿੱਚ ਆਏ, ਬਚਪਨੇ ਨੂੰ ਜਵਾਨੀ ਖਾ ਗਈ ਅਤੇ ਜਵਾਨੀ ਨੂੰ ਬੁਢਾਪਾ ਖਾ ਰਿਹਾ, ਅਤੇ ਬੁਢਾਪੇ ਨੂੰ ਅੰਤ ਨੇ ਅਤੇ ਕਾਲ ਨੇ ਖਾਣਾ ਹੀ ਖਾਣਾ। ਮਾਰਗ 'ਤੇ ਚੱਲ ਰਿਹਾ। ਹਰ ਚੀਜ਼ ਮਾਰਗ 'ਤੇ ਇੱਕ ਪਰਮਾਤਮਾ ਠਹਿਰਾਓ ਦੇ ਵਿੱਚ ਹੈ, ਥਿਰ ਦੀ ਅਵਸਥਾ ਵਿੱਚ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਮਾਤਮਾ ਸਾਨੂੰ ਸਮਝਾਉਣਾ ਕਰ ਰਹੇ ਨੇ, ਕਿਤੇ ਮਨ ਨੂੰ ਥਿਰ ਦੀ ਅਵਸਥਾ 'ਚ ਲੈ ਆਈਏ। ਹੁਣ ਮਨ ਥਿਰ ਦੀ ਅਵਸਥਾ ਵਿੱਚ ਕਿਵੇਂ ਆਏਗਾ? ਜਿਉਂ ਮੰਦਰ ਕੋ ਥੰਮੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨ ਅਸਤਮਨ। ਆ ਸੰਗਤੀ ਰੂਪ ਦੇ ਵਿੱਚ ਇੱਕ ਦੂਜੇ ਦੀ ਆਵਾਜ਼ ਨਾਲ ਆਵਾਜ਼ ਮਿਲਾ ਕੇ ਜਦੋਂ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ, ਮਨ ਦਾ ਠਹਿਰਾਓ ਬਣਦਾ ਹੈ। ਮਨ ਦਾ ਠਹਿਰਾਓ ਬਣ ਜਾਏ ਤੇ ਕਿਰਪਾ ਕੀ ਹੁੰਦੀ ਹੈ? ਗੁਰੂ ਮਹਾਰਾਜ ਦਾ ਫੈਸਲਾ, ਕਹਿੰਦੇ ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਮਨ ਦਾ ਠਹਿਰਾਓ ਬਣ ਜਾਏ, ਸਾਡੇ ਕਾਰਜਾਂ ਦੇ ਵਿੱਚ ਸਤਿਗੁਰੂ ਆਪ ਵਰਤ ਜਾਂਦੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਮਨ ਦੀ ਇਕਾਗਰਤਾ ਬਣ ਜਾਏ, ਮਨ ਅਡੋਲ ਅਵਸਥਾ ਦੇ ਵਿੱਚ ਆ ਜਾਏ, ਮਨ ਦੇ ਵਿੱਚ ਆਤਮ ਵਿਸ਼ਵਾਸ ਬਣ ਜਾਏ। ਉਹਦੇ ਲਈ ਕੁਝ ਘੜੀਆਂ ਨੇਤਰ ਬੰਦ ਕਰਕੇ ਆਪਣੀ ਆਵਾਜ਼ ਦੇ ਵਿੱਚ ਧਿਆਨ ਇਕਾਗਰ ਕਰਕੇ ਆਪਾਂ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜ ਕਰਨਾ। ਉਸ ਤੋਂ ਬਾਅਦ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੀਵਨ ਤੇ ਮੌਤ ਦੀ ਜੋ ਕਹਾਣੀ ਹੈ, ਥੋੜ੍ਹੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਸਤਿਗੁਰੂ ਸਾਨੂੰ ਸਮਝਾ ਰਹੇ ਨੇ, ਆਪਾਂ ਇਸ ਨੂੰ ਵਿਚਾਰਨਾ। ਆਓ ਇੱਕ ਅੱਧਾ ਮਿੰਟ ਆਪਾਂ ਵਿਛੜੀ ਰੂਹ ਨੂੰ ਅਸੀਸ ਦਈਏ, ਨੇਤਰ ਬੰਦ ਕਰਕੇ ਪੂਰਾ ਧਿਆਨ ਆਪਣੀ ਆਵਾਜ਼ ਦੇ ਵਿੱਚ ਇਕਾਗਰ ਕਰਕੇ ਸਵਾਸ ਕਰਾ ਸਿਮਰਨ ਕਰੋ ਜੀ ਸ਼ੁਰੂ। ਵਾਹਿਗੁਰੂ 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 ਗੁਰੂ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ 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 ਵਾਹਿਗੁਰੂ। ਨੇਤਰ ਬੰਦ ਹੀ ਰੱਖਣੇ ਹਨ। ਥੋੜਾ ਸਮਾਂ ਧਿਆਨ ਆਪਣੇ ਸਵਾਸਾਂ ਵਿੱਚ ਲੈ ਆਉਣਾ ਹੈ। ਚਾਹੇ ਸਵਾਸ ਨਾਸਕਾਂ ਤੋਂ ਲੈ ਰਹੇ ਹਾਂ ਜਾਂ ਮੁੱਖ ਤੋਂ ਲੈ ਰਹੇ ਹਾਂ, ਜਦੋਂ ਸਵਾਸ ਸਾਡੇ ਗਲੇ ਤੋਂ ਸਾਡੇ ਪੇਟ ਵੱਲ ਜਾ ਰਿਹਾ, ਮਹਿਸੂਸ ਕਰਨਾ ਵਾਹੇ, ਸਾਹ ਛੱਡਦਿਆਂ ਮਹਿਸੂਸ ਕਰਨਾ ਗੁਰੂ। ਥੋੜਾ ਸਮਾਂ ਪੂਰੀ ਇਕਾਗਰਤਾ ਆਪਣੇ ਸਵਾਸਾਂ ਵਿੱਚ ਰੱਖਣੀ ਹੈ। ਪਾਤਸ਼ਾਹ ਜੀ ਦਾ ਫੈਸਲਾ ਹੈ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਕਦੇ ਆਪਾਂ ਆਪਣੇ ਜੀਵਨ ਨੂੰ ਵਿਚਾਰੀਏ, ਕਿਉਂਕਿ ਗੁਰੂ ਮਹਾਰਾਜ ਦਾ ਫੈਸਲਾ ਹੈ, ਗੁਰਮੁਖ ਹੋਵੇ ਸੋ ਕਾਇਆ ਖੋਜੇ, ਹੋਰ ਸਭ ਭਰਮ ਭੁਲਾਈ। ਜਿਹੜਾ ਗੁਰਸਿੱਖ ਹੈ ਉਹ ਆਪਣੇ ਜੀਵਨ ਦੀ ਖੋਜ ਕਰਦਾ। ਆਪਾਂ ਆਪਣੇ ਜੀਵਨ ਨੂੰ ਖੋਜੀਏ। ਕਈ ਵਾਰ ਸਾਡਾ ਸੁਭਾਅ ਹੁੰਦਾ ਹੈ, ਅਸੀਂ ਕੋਈ ਕੰਮ ਕਰਦੇ ਹਾਂ, ਕਾਹਲੀ ਬੜੀ ਕਰਦੇ ਹਾਂ, ਪਰ ਕਾਰਜ ਸਿਰੇ ਨਹੀਂ ਲੱਗਦਾ ਕਿ ਜੇ ਕਾਰਜ ਸਿਰੇ ਨਾ ਲੱਗਿਆ ਇਹਦੇ ਵਿੱਚ ਨੁਕਸਾਨ ਬਹੁਤ ਹੋ ਜਾਏਗਾ। ਕਿਤੇ ਨਾ ਕਿਤੇ ਅਸੀਂ ਅੱਖਾਂ ਬੰਦ ਕਰਕੇ ਸਾਰੇ ਧਿਆਨ ਛੱਡ ਦਿੰਦੇ ਹਾਂ। ਜਦੋਂ ਫਸ ਜਾਂਦੇ ਹਾਂ, ਸਾਰੇ ਧਿਆਨ ਛੱਡ ਕੇ ਹਨੇਰੇ ਵਿੱਚ ਧਿਆਨ ਟਿਕਾ ਕੇ ਬੇਨਤੀ ਕਰਦੇ ਹਾਂ, ਸੱਚੇ ਪਿਤਾ ਵਾਹਿਗੁਰੂ, ਜੇ ਕਿਤੇ ਹੈ ਤਾਂ ਰੱਖ ਲੈ, ਪਰਚਾ ਬਹੁਤ ਵੱਡਾ ਪੈ ਗਿਆ। ਜਦੋਂ ਆਪਾਂ ਅਰਪਣ ਕਰ ਦਿੰਦੇ ਹਾਂ ਵੀ ਹੁਣ ਮੇਰੇ ਹੱਥ ਖੜੇ ਨੇ, ਮੇਰੇ ਵੱਸ ਦੀ ਗੱਲ ਨਹੀਂ, ਤਾਂ ਆਪਾਂ ਦੇਖਦੇ ਹਾਂ ਜਿਹੜਾ ਕਾਰਜ ਸਿਰੇ ਨਹੀਂ ਸੀ ਲੱਗਦਾ, ਉਹ ਸਹਿਜ ਸੁਭਾਅ ਹੀ ਰਾਸ ਆ ਜਾਂਦਾ ਹੈ। ਕਿਉਂਕਿ ਮਨ ਦੀ ਇਕਾਗਰਤਾ ਬਣੀ। ਗੁਰੂ ਸਾਹਿਬ ਕਹਿੰਦੇ ਥਿਰ ਕਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਕਾਰਜਾਂ ਵਿੱਚ ਮਾਲਕ ਆਪ ਵਰਤ ਜਾਂਦਾ ਹੈ। ਕਿੰਨਾ ਵੀ ਜੀਵਨ ਦੇ ਵਿੱਚ ਚਿੰਤਾ ਦਾ ਵਿਸ਼ਾ ਕਿਉਂ ਨਾ ਹੋਏ, ਪਹਿਲਾਂ ਥੋੜ੍ਹਾ ਸਮਾਂ ਆਪਣੀ ਆਵਾਜ਼ ਵਿੱਚ ਧਿਆਨ, ਸਵਾਸਾਂ ਵਿੱਚ ਧਿਆਨ। ਪਹਿਲਾਂ ਆਵਾਜ਼ ਵਿੱਚ ਧਿਆਨ ਟਿਕਣ ਲੱਗ ਗਿਆ, ਸਵਾਸਾਂ ਵਿੱਚ ਧਿਆਨ ਟਿਕਾ ਕੇ ਬੈਠ ਜਾਈਏ, ਮਨ ਵਿਚਾਰਾਂ ਤੋਂ ਰਹਿਤ ਹੋ ਜਾਏਗਾ।
ਪਰ ਜਿਉਂ ਮਨ ਦੀ ਇਕਾਗਰਤਾ ਬਣੇਗੀ, ਕਾਰਜ ਵਿੱਚ ਸਤਿਗੁਰੂ ਆਪ ਵਰਤ ਜਾਏਗਾ, ਜੀਵਨ ਦਾ ਵਿਘਨ ਕੱਟਿਆ ਜਾਏਗਾ। ਪ੍ਰਭ ਸਿਮਰਤ ਕਿਛ ਵਿਘਨ ਨਾ ਲਾਗੇ। ਦੂਸਰੀ ਬੇਨਤੀ ਗੁਰਮੁਖ ਪਿਆਰਿਓ, ਇੱਕ ਛੋਟਾ ਜਿਹਾ ਅੱਜ ਜੋ ਹਾਲਾਤ ਨੇ ਇਹਨੂੰ ਵਿਚਾਰਦੇ ਹਾਂ, ਕਿਉਂਕਿ ਕੁਦਰਤ ਸਾਡਾ ਇਲਾਜ ਕਰਦੀ ਹੈ ਪਰ ਅਸੀਂ ਕੁਦਰਤ ਨੂੰ ਪਛਾਣਦੇ ਨਹੀਂ। ਅੱਜ ਜਿਸ ਤਰ੍ਹਾਂ ਅੱਜ ਕਰੋਨਾ ਵਾਇਰਸ ਦੀ ਬਿਮਾਰੀ ਚੱਲ ਰਹੀ ਹੈ ਨਾ, ਪਹਿਲਾਂ ਮਾੜਾ ਮਾੜਾ ਗਲੇ ਦੇ ਵਿੱਚ ਰੇਸ਼ਾ ਰਹਿਣਾ ਸ਼ੁਰੂ ਹੋ ਜਾਂਦਾ ਹੈ, ਉਹ ਰੇਸ਼ਾ ਫੇਫੜਿਆਂ ਵਿੱਚ ਚਲਾ ਜਾਂਦਾ ਹੈ, ਅੱਗੇ ਇਨਸਾਨ ਨੂੰ ਪ੍ਰੋਬਲਮ ਹੋ ਜਾਂਦੀ ਹੈ। ਬੜੇ ਧਿਆਨ ਦੇ ਨਾਲ ਸਰਵਣ ਕਰਨਾ। ਆ ਜਿਹੜੀ ਛੋਟੀ ਇਲਾਇਚੀ ਹੁੰਦੀ ਹੈ ਨਾ, ਛੋਟੀ ਇਲਾਇਚੀ, ਸਵੇਰੇ ਅਤੇ ਸ਼ਾਮ 2 ਟਾਈਮ ਇਹ ਉਦਮ ਕਰ ਲਈਏ। ਇੱਕ ਛੋਟੀ ਇਲਾਇਚੀ ਚੰਗੀ ਤਰ੍ਹਾਂ ਚਿੱਥ ਕੇ ਉੱਪਰ ਗਰਮ ਪਾਣੀ ਪੀ ਲਈਏ। ਪਹਿਲਾਂ ਇਲਾਇਚੀ ਨੂੰ ਚੰਗੀ ਤਰ੍ਹਾਂ ਚਿੱਥ ਲਈਏ, ਗਰਮ ਪਾਣੀ ਦੇ ਨਾਲ ਅੰਦਰ ਨਿਘਾਰ ਲਈਏ। ਗੁਰੂ ਪਿਆਰੀ ਸਾਧ ਸੰਗਤ ਜੀ, 10-15 ਮਿੰਟ ਬਾਅਦ ਸਾਨੂੰ ਮਹਿਸੂਸ ਹੋਏਗਾ ਵੀ ਜਿਹੜੇ ਸਵਾਸਾਂ ਦੇ ਵਿੱਚ ਪ੍ਰੋਬਲਮ ਸੀ, ਸਾਹ ਖਿੱਚ ਮਾਰਿਆ ਸੀ ਜਾਂ ਰੁਕਦਾ ਸੀ, ਇੱਕਦਮ ਨੋਰਮਲ ਹੋ ਜਾਏਗਾ। ਜਾਂ ਗਲੇ ਦੇ ਵਿੱਚ ਰੇਸ਼ਾ ਬਣਦਾ ਸੀ, ਇੱਕਦਮ ਰੇਸ਼ਾ ਤਰ ਹੋ ਜਾਏਗਾ। ਜੇ ਖੁਸ਼ਕੀ ਬਣਦੀ ਹੈ, ਉਹ ਖੁਸ਼ਕੀ ਚੱਕੀ ਜਾਏਗੀ। ਕੋਈ ਬਹੁਤ ਲੰਬੀ ਚੌੜੀ ਗੱਲ ਨਹੀਂ। ਬਾਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋਵੇ, ਆ ਇੱਕ ਛੋਟੀ ਇਲਾਇਚੀ ਚੱਬ ਕੇ ਗਰਮ ਪਾਣੀ ਪੀ ਲਈਏ, ਇਹ ਵੀ ਬਹੁਤ ਸਾਨੂੰ ਸ਼ੁਰੂਆਤ ਦੇ ਵਿੱਚ ਸਹਾਈ ਹੁੰਦੀ ਹੈ। ਸੁਆਓ ਗੁਰੂ ਪਿਆਰੀ ਸਾਧ ਸੰਗਤ ਜੀ, ਕਹਾਣੀ ਹੈ ਜੀਵਨ ਤੇ ਮੌਤ ਦੀ। ਆਪਾਂ ਪਾਤਸ਼ਾਹ ਜੀ ਦੇ ਬਚਨਾਂ ਨੂੰ ਵਿਚਾਰੀਏ, ਬੜੇ ਧਿਆਨ ਦੇ ਨਾਲ ਸਰਵਣ ਕਰਨਾ। ਜਿੱਥੇ ਅੱਜ ਸਰਦਾਰ ਜਸਵੰਤ ਸਿੰਘ ਜੀ ਜਾ ਬਰਾਜੇ ਹਨ, ਦੁਨੀਆ ਦੀ ਕੋਈ ਧਨ ਦੌਲਤ ਉੱਥੋਂ ਤੱਕ ਨਹੀਂ ਪਹੁੰਚ ਸਕਦੀ, ਪਰ ਗੁਰਮੁਖ ਪਿਆਰਿਓ, ਆ ਜਪਿਆ ਉਹਨਾਂ ਨੂੰ ਸਹਾਈ ਹੋ ਸਕਦਾ। ਉਹਨਾਂ ਦਾ ਆਪਣਾ ਜਪਿਆ ਉਹਨਾਂ ਨੂੰ ਸਹਾਈ ਹੋਏਗਾ, ਪਰ ਜਿੱਥੇ ਸੰਗਤ ਬੈਠ ਕੇ ਜਪ ਕੇ ਅਰਦਾਸ ਕਰਦਾ ਹੈ, ਆ ਸੰਗਤ ਦੀ ਅਸੀਸ ਵਿਛੜੀ ਰੂਹ ਦਾ ਪਾਰ ਉਤਾਰਾ ਕਰਾਉਣ ਵਿੱਚ ਸਹਾਈ ਹੁੰਦੀ ਹੈ। ਰੋਜ਼ ਪੜ੍ਹਦੇ ਹਾਂ ਕਿ ਸਾਡੇ ਅੱਜ ਜਿਹੜੇ ਸਾਨੂੰ ਵਿਛੋੜਾ ਦੇ ਕੇ ਜਾ ਚੁੱਕੇ ਨੇ, ਅਸਲ ਵਿੱਚ ਉਹ ਸਾਡੇ ਪਿੱਤਰਾਂ ਦੇ ਵਿੱਚ ਜਾ ਰਲੇ। ਹੁਣ ਪਿੱਤਰਾਂ ਦਾ ਉਧਾਰ ਕਿਵੇਂ ਕੀਤਾ ਜਾ ਸਕਦਾ? ਜਿਸ ਸਿਮਰ ਸਭ ਕਿਲ ਵਿਖ ਨਾਸੈ ਪਿੱਤਰੀ ਹੋਏ ਧਾਰੋ। ਆ ਜਦੋਂ ਜਪਦੇ ਆ ਨਾ, ਗੁਰੂ ਪਿਆਰੀ ਸਾਧ ਸੰਗਤ ਜੀ, ਪਾਤਸ਼ਾਹ ਕਹਿੰਦੇ ਤੁਹਾਨੂੰ ਤੇ ਜੀਵਨ ਦਾ ਲਾਹਾ ਮਿਲੇਗਾ, ਤੁਹਾਡੇ ਪਿੱਤਰਾਂ ਦਾ ਵੀ ਉਧਾਰ ਹੋ ਜਾਏਗਾ। ਹੋਰ ਕੋਈ ਦੁਨੀਆ ਦਾ ਸੁੱਖ ਉੱਥੋਂ ਤੱਕ ਨਹੀਂ ਪਹੁੰਚ ਸਕਦਾ। ਕਿਵੇਂ ਜੀਵਨ ਤੇ ਮੌਤ ਦੀ ਖੇਡ ਚੱਲਦੀ ਹੈ, ਥੋੜ੍ਹੇ ਸਮੇਂ ਵਿੱਚ ਵਿਚਾਰੀਏ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਮਾਤ ਲੋਕ ਦੇ ਉੱਤੇ ਕੋਈ ਬੱਚਾ ਜਨਮ ਲੈਂਦਾ ਹੈ, ਕਿਸੇ ਬੱਚੇ ਦਾ ਜਨਮ ਹੁੰਦਾ ਹੈ, ਅਸੀਂ ਕੀ ਆਖਦੇ ਹਾਂ? ਆਪਾਂ ਆਖਦੇ ਹਾਂ ਜੀ ਸਾਡਾ ਸੰਜੋਗੀ ਆਇਆ। ਜੇ ਕੋਈ ਬੱਚਾ ਮਾਤ ਲੋਕ 'ਤੇ ਜਾਂ ਸਾਡੇ ਪਰਿਵਾਰ ਵਿੱਚ ਜਨਮ ਲੈਂਦਾ ਹੈ, ਆਪਾਂ ਆਖਦੇ ਹਾਂ ਜੀ ਸਾਡਾ ਸੰਜੋਗੀ ਆਇਆ। ਕੋਈ ਵਿਛੋੜਾ ਦੇ ਕੇ ਚਲੇ ਜਾਏ, ਜਿਸ ਤਰ੍ਹਾਂ ਅੱਜ ਸਰਦਾਰ ਜਸਵੰਤ ਸਿੰਘ ਜੀ ਵਿਛੋੜਾ ਦੇ ਕੇ ਜਾ ਚੁੱਕੇ ਹਨ, ਅਤੇ ਆਪਾਂ ਕੀ ਆਖਦੇ ਹਾਂ? ਆਪਾਂ ਆਖਦੇ ਹਾਂ ਜੀ ਸਾਨੂੰ ਵਿਜੋਗ ਦੇ ਗਏ। ਕੋਈ ਜਨਮ ਲੈਂਦਾ, ਅਸੀਂ ਆਖਦੇ ਹਾਂ ਸੰਜੋਗੀ ਆਇਆ। ਕੋਈ ਸਵਾਸਾਂ ਦਾ ਧਨ ਸਮੇਟ ਕੇ ਚਲਾ ਜਾਏ, ਅਸੀਂ ਆਖਦੇ ਹਾਂ ਜੀ ਸਾਨੂੰ ਵਿਜੋਗ ਦੇ ਗਿਆ। ਤੀਸਰੀ ਇਸ ਮਾਤ ਲੋਕ 'ਤੇ ਕੋਈ ਖੇਡ ਨਹੀਂ। ਰੋਜ਼ ਪੜ੍ਹਦੇ ਹਾਂ ਸੰਜੋਗ ਵਿਜੋਗ ਦੋਏ ਕਾਰ ਚਲਾਵੈ, ਲਿਖੇ ਆਵੈ ਭਾਗ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਨਾਥ ਨਾਇਤ ਜੁਗ ਜੁਗ ਏਕੋ ਵੇਸ। ਜੁਗਾਂ ਤੋਂ ਇੱਕੋ ਹੀ ਖੇਡ ਹੈ, ਸੰਜੋਗ ਅਤੇ ਵਿਜੋਗ ਦੀ। ਹੁਣ ਜਿਵੇਂ ਕੋਈ ਬੱਚਾ ਮਾਤ ਲੋਕ 'ਤੇ ਸਾਡਾ ਸੰਜੋਗੀ ਬਣ ਕੇ ਆਇਆ, ਇੱਕ ਗੱਲ ਤਾਂ ਕਲੀਅਰ ਹੈ ਨਾ ਵੀ ਕਿਸੇ ਨੂੰ ਤਾਂ ਵਿਜੋਗ ਦੇ ਕੇ ਆਇਆ ਹੀ ਹੈ। ਜੇ ਕਿਸੇ ਬੱਚੇ ਦਾ ਸਾਡੇ ਘਰ ਆ ਕੇ ਜਨਮ ਹੋਇਆ, ਆਖਰ ਕਿਸੇ ਨੂੰ ਤਾਂ ਵਿਜੋਗ ਦੇ ਕੇ ਆਇਆ, ਤਾਂ ਹੀ ਸਾਡੇ ਨਾਲ ਸੰਜੋਗ ਹੋਇਆ। ਕੋਈ ਬੱਚੇ ਦਾ ਸੰਜੋਗ ਹੋਇਆ, ਅਸੀਂ ਕਦੇ ਜਾਣਨਾ ਜ਼ਰੂਰੀ ਨਹੀਂ ਸਮਝਿਆ ਕਿ ਕਿੱਥੋਂ ਆਇਆ, ਉਹਨੇ ਕਦੇ ਦੱਸਣਾ ਜ਼ਰੂਰੀ ਨਹੀਂ ਸਮਝਿਆ ਵੀ ਮੈਂ ਕਿੱਥੋਂ ਆਇਆ। ਅਸੀਂ ਕਦੇ ਪੁੱਛਣਾ ਹੀ ਨਹੀਂ ਚਾਹਿਆ, ਕਦੇ ਵਿਚਾਰਨਾ ਹੀ ਨਹੀਂ ਚਾਹਿਆ, ਕਦੇ ਜਾਣਨਾ ਹੀ ਨਹੀਂ ਚਾਹਿਆ ਵੀ ਇਹ ਪਹਿਲਾਂ ਕਿੱਥੋਂ ਆਇਆ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਤਰ੍ਹਾਂ ਅੱਜ ਗੁਰਮੁਖ ਪਿਆਰੇ ਸਾਨੂੰ ਵਿਜੋਗ ਦੇ ਗਏ, ਆਪਾਂ ਲੱਖ ਦਾਅਵੇ ਕਰ ਲਈਏ ਪਰ ਉਹਨਾਂ ਦੱਸਣਾ ਜ਼ਰੂਰੀ ਨਹੀਂ ਸਮਝਿਆ ਮੈਂ ਸਰੀਰ ਛੱਡ ਕੇ ਕਿੱਥੇ ਜਾ ਰਿਹਾ।
ਜਿਹੜਾ ਆਇਆ ਉਹਨੂੰ ਅਸੀਂ ਪੁੱਛਣਾ ਜ਼ਰੂਰੀ ਨਹੀਂ ਸਮਝਿਆ, ਜਿਹੜਾ ਛੱਡ ਕੇ ਚਲਾ ਗਿਆ ਉਹਨੇ ਸਾਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਮੈਂ ਸਰੀਰ ਛੱਡ ਕੇ ਕਿੱਥੇ ਜਾ ਰਿਹਾ। ਹੁਣ ਖੇਡ ਹੈ ਸੰਜੋਗ ਤੇ ਵਿਜੋਗ ਦੀ। ਜਨਮ ਹੁੰਦਾ ਅਸੀਂ ਆਖਦੇ ਹਾਂ ਸੰਜੋਗੀ ਆਇਆ, ਵਿਛੋੜਾ ਦੇ ਗਿਆ ਅਸੀਂ ਆਖਦੇ ਹਾਂ ਵਿਜੋਗ ਦੇ ਗਿਆ। ਹੁਣ ਇਹ ਸੰਜੋਗ ਤੇ ਵਿਜੋਗ ਨੂੰ ਹੀ ਜੀਵਨ ਤੇ ਮੌਤ ਆਖਿਆ। ਹੁਣ ਇਹ ਜੀਵਨ ਤੇ ਮੌਤ ਦੀ ਖੇਡ ਕਿੰਨੇ ਸਮੇਂ ਵਿੱਚ ਚੱਲਦੀ ਹੈ? ਗੁਰੂ ਪਿਆਰੀ ਸਾਧ ਸੰਗਤ ਜੀ, ਦਿਨ ਤੇ ਰਾਤ ਵਿੱਚ ਬੜੇ ਧਿਆਨ ਦੇ ਨਾਲ ਵਿਚਾਰਨਾ। ਜਿੱਥੇ ਅੱਜ ਗੁਰਮੁਖ, ਜਿੱਥੇ ਅੱਜ ਜਾਪ ਰਾਜੇ ਹਨ, ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ। ਆਪਾਂ ਆਪਣੀ ਭਾਸ਼ਾ ਦੇ ਵਿੱਚ ਆਖਦੇ ਹਾਂ ਜੀ ਉਹ ਮਰ ਗਿਆ ਜਾਂ ਅਕਾਲ ਚਲਾਣਾ ਕਰ ਗਿਆ, ਪਰ ਗੁਰੂ ਮਰਿਆ ਪ੍ਰਵਾਨ ਨਹੀਂ ਕਰਦਾ। ਕਹਿੰਦੇ ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਜੇ ਤੋ ਚਲਤ ਪਿਆ ਉਹ ਤਾਂ ਅੱਗੇ ਚਲਾ ਗਿਆ। ਗੁਰੂ ਪਿਆਰੀ ਸਾਧ ਸੰਗਤ ਜੀ, ਦਿਨ ਤੇ ਰਾਤ ਦੇ ਵਿੱਚ ਮਾਲਕ ਸਾਨੂੰ ਜੀਵਨ ਤੇ ਮੌਤ ਦੀ ਖੇਡ ਖਿਡਾ ਰਿਹਾ ਹੈ। ਆ ਜਦੋਂ ਆਪਾਂ ਰਾਤ ਨੂੰ ਸੌਂਦੇ ਆ ਨਾ, ਆ ਸਵੇਰ ਤੋਂ ਸ਼ਾਮ ਤੱਕ ਮੇਰੀ ਧੀ, ਮੇਰਾ ਪੁੱਤ, ਮੇਰੀ ਭੈਣ, ਮੇਰਾ ਭਰਾ, ਮੇਰੀ ਪ੍ਰਾਪਰਟੀ, ਮੇਰੀ ਜ਼ਮੀਨ, ਮੇਰੀ ਜਾਇਦਾਦ, ਸਭ ਕੁਝ ਆਪਣਾ ਦਿਖਾਈ ਦਿੰਦਾ ਹੈ। ਪਰ ਇੱਕ ਪ੍ਰੈਕਟੀਕਲ ਹੈ, ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ, ਸੌਣ ਤੋਂ ਬਾਅਦ ਸਾਨੂੰ ਨਹੀਂ ਪਤਾ ਕਿੱਥੇ ਮੇਰੀ ਧੀ, ਕਿੱਥੇ ਮੇਰੇ ਪੁੱਤ, ਕਿੱਥੇ ਮੇਰੀ ਭੈਣ, ਕਿੱਥੇ ਮੇਰਾ ਭਰਾ, ਕਿੱਥੇ ਮੇਰੀ ਪ੍ਰਾਪਰਟੀ, ਕਿੱਥੇ ਮੇਰੀ ਦੁਨੀਆਦਾਰੀ, ਸਭ ਕੁਝ ਹੀ ਵਿਸਰ ਜਾਂਦਾ ਹੈ। ਦੁਨੀਆ ਵਿੱਚ ਇੱਕ ਚੀਜ਼ ਸਭ ਤੋਂ ਨੇੜੇ ਹੈ, ਉਹ ਕੀ ਹੈ? ਉਹ ਹੈ ਸਾਡਾ ਸਰੀਰ। ਕਿਉਂਕਿ ਮਨ ਨੂੰ ਮਾਲਕ ਨੇ ਗਿਣ ਕੇ ਦਿਨ ਸਮਾਂ ਸਵਾਸ ਤਾਂ ਦਿੱਤੇ ਜੇ ਤਨ ਦਿੱਤਾ ਹੈ, ਔਰ ਤਨ ਤਾਂ ਜੀਵਤ ਹੈ ਜਿਹਦੇ 'ਚ ਮਨ ਸਵਾਸ ਲੈ ਰਿਹਾ। ਕਿਉਂਕਿ ਮਨ ਤੋਂ ਬਗੈਰ ਤਨ ਨਹੀਂ ਰਹਿ ਸਕਦਾ ਤੇ ਤਨ ਤੋਂ ਬਗੈਰ ਮਨ ਨਹੀਂ ਰਹਿ ਸਕਦਾ। ਗੁਰੂ ਪਿਆਰੀ ਸਾਧ ਸੰਗਤ ਜੀ, ਦੁਨੀਆ ਦੇ ਵਿੱਚ ਸਭ ਤੋਂ ਨੇੜੇ ਕੋਈ ਚੀਜ਼ ਹੈ ਸਾਡਾ ਸਰੀਰ, ਇਸ ਤੋਂ ਨੇੜੇ ਸਾਡੇ ਲਈ ਕੁਝ ਵੀ ਨਹੀਂ। ਔਰ ਸੱਚੇ ਪਾਤਸ਼ਾਹ ਜੀ ਦਾ ਫੈਸਲਾ, ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਏ ਭਰਮ ਭਲਾ। ਇਹ ਸਾਡਾ ਭਰਮ ਹੈ, ਸਰੀਰ ਮੇਰਾ, ਸਰੀਰ ਮੇਰਾ ਨਹੀਂ। ਸੌਖੇ ਤਰੀਕੇ ਵਿਚਾਰੀਏ, ਮੰਨ ਲਓ ਕੋਈ ਇਨਸਾਨ ਸਾਡੇ ਘਰ ਆਏ, ਆਪਣੇ ਘਰ ਕੋਈ ਆਏ, ਜਾਂ ਆਪਾਂ ਕਿਸੇ ਦੇ ਘਰ ਜਾਂਦੇ ਹਾਂ, ਘਰ ਜਾ ਕੇ ਆਖੀਏ ਗੁਰਮੁਖੋ ਘਰ ਬੜਾ ਵਧੀਆ, ਕਿਹਦਾ ਘਰ ਹੈ? ਸੁਭਾਵਿਕ ਹੈ ਅਸੀਂ ਆਖਾਂਗੇ ਜੀ ਘਰ ਸਾਡਾ ਹੈ, ਸਾਨੂੰ ਮਾਂ ਪਿਓ ਨੇ ਬਣਾ ਕੇ ਦਿੱਤਾ ਹੈ, ਜਾਂ ਸਾਡੇ ਬਜ਼ੁਰਗਾਂ ਨੇ ਬਣਾ ਕੇ ਦਿੱਤਾ ਹੈ, ਜਾਂ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਮੁੱਖ ਦੀ ਗੱਲ ਹੈ ਘਰ ਸਾਡਾ ਹੈ, ਪਰ ਵਿਚਾਰ ਦਾ ਵਿਸ਼ਾ ਘਰ ਸਾਡਾ ਹੈ, ਅਸੀਂ ਘਰ ਨਹੀਂ। ਅਸੀਂ ਕੌਣ ਹੈ? ਉਸ ਘਰ ਦੇ ਵਿੱਚ ਵਸਣ ਵਾਲੇ ਇੱਕ ਮੈਂਬਰ ਹਾਂ। ਆਪਾਂ ਘਰ ਤੋਂ ਚੱਲ ਕੇ ਗੁਰੂ ਘਰ ਵਿੱਚ ਆ ਗਏ, ਘਰ ਤੇ ਹੁਣ ਵੀ ਉੱਥੇ ਹੀ ਹੈ। ਘਰ ਚੱਲ ਕੇ ਨਹੀਂ ਆਇਆ, ਘਰ ਦਾ ਮੈਂਬਰ ਚੱਲ ਕੇ ਆਇਆ। ਮੈਂਬਰ ਦਾ ਮਤਲਬ ਹੈ ਘਰ ਦੇ ਪਰਿਵਾਰ ਦੇ ਕੁਝ ਹੋਰ ਮੈਂਬਰ ਵੀ ਹੋਣਗੇ, ਇਕੱਲੇ ਤੇ ਰਹਿੰਦੇ ਨਹੀਂ। ਅਗਰ ਅਸੀਂ ਚੱਲ ਕੇ ਆ ਵੀ ਗਏ ਹਾਂ, ਘਰ ਦੇ ਵਿੱਚ ਕੋਈ ਤੇ ਵਸਦਾ ਹੋਏਗਾ ਨਾ। ਘਰ ਸਾਡਾ ਹੈ ਪਰ ਅਸੀਂ ਘਰ ਨਹੀਂ ਹੈ। ਠੀਕ ਇਸੇ ਤਰ੍ਹਾਂ ਸਰੀਰ ਸਾਡਾ ਹੈ ਪਰ ਅਸੀਂ ਸਰੀਰ ਨਹੀਂ। ਪਾਤਸ਼ਾਹ ਜੀ ਦਾ ਫੈਸਲਾ ਡੱਡਾ ਡੇਰਾ ਇਹ ਨਹੀਂ, ਜਾਂ ਡੇਰਾ ਤੇ ਜਾਣ ਉਹਾਂ ਡੇਰਾ ਕਿਆ ਸੰਜਮੋ ਗੁਰ ਕੇ ਸ਼ਬਦ ਪਛਾਣ। ਸਰੀਰ ਸਾਡਾ ਹੈ, ਮੰਨਣ ਯੋਗ ਹੈ, ਪਰ ਅਸੀਂ ਸਰੀਰ ਨਹੀਂ। ਜਿਹੜਾ ਕਹਿੰਦਾ ਜੀ ਮੇਰੀ ਪ੍ਰਾਪਰਟੀ, ਮੇਰੀ ਜ਼ਮੀਨ, ਮੇਰੀ ਜਾਇਦਾਦ, ਉਹ ਸਰੀਰ ਨਹੀਂ ਹੈ। ਇਹਦੇ ਵਿੱਚ ਵਸਣ ਵਾਲਾ ਹੈ ਮਨ, ਜਿਹਦੇ ਬਾਰੇ ਪਾਤਸ਼ਾਹ ਜੀ ਦਾ ਫੈਸਲਾ, ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੇ, ਮਨ ਕਹਾਂ ਸਮਾਈ। ਆਪਾਂ ਰਾਤ ਨੂੰ ਸੌਂਦੇ ਹਾਂ ਨਾ, ਸੌਣ ਤੋਂ ਬਾਅਦ ਸਾਨੂੰ ਨਹੀਂ ਪਤਾ ਸਾਡੀ ਦੁਨੀਆਦਾਰੀ ਕਿੱਥੇ ਹੈ, ਸਾਡੇ ਰਿਸ਼ਤੇਦਾਰ ਕੌਣ ਨੇ। ਪਰ ਗੁਰਮੁਖ ਪਿਆਰਿਓ, ਸਭ ਤੋਂ ਨੇੜੇ ਸਾਡਾ ਸਰੀਰ ਸੀ, ਇਹ ਵੀ ਬੈੱਡ ਤੇ ਪਿਆ ਰਹਿ ਜਾਂਦਾ, ਇਹ ਵੀ ਨਾਲ ਨਹੀਂ ਨਿਭਦਾ। ਸਾਡਾ ਮਨ ਸਰੀਰ ਨੂੰ ਵੀ ਛੱਡ ਕੇ ਚਲਾ ਹੀ ਜਾਂਦਾ ਹੈ। ਪਾਤਸ਼ਾਹ ਕਹਿੰਦੇ ਖੋਜ ਕਰੋ, ਜਦੋਂ ਮਨ ਤਨ ਨੂੰ ਛੱਡ ਕੇ ਜਾਂਦਾ ਕਿੱਥੇ ਜਾਂਦਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਪਾਤਸ਼ਾਹ ਜੀ ਸਾਨੂੰ ਸਮਝਾਉਣਾ ਕਰ ਰਹੇ ਨੇ ਕਿ ਜਿਹੜੀ ਨੀਂਦ ਹੈ ਇਹ ਅਧੂਰੀ ਮੌਤ ਹੈ, ਅੱਧਾ ਜੀਵਨ ਤੇ ਅੱਧੀ ਮੌਤ। ਜਿਸ ਨੂੰ ਅਸੀਂ ਮੌਤ ਆਖਦੇ ਹਾਂ ਉਹ ਸਦਾ ਲਈ ਨੀਂਦ ਹੈ, ਉਹ ਸਦਾ ਲਈ ਬੰਦਾ ਨੀਂਦ ਵਿੱਚ ਚਲਾ ਜਾਂਦਾ ਹੈ। ਫਿਰ ਮਰਨਾ ਕਿਸ ਨੂੰ ਆਖਿਆ?
ਸਵਾਸਾਂ ਦੇ ਹੁੰਦਿਆਂ, ਜੀਵਨ ਦੇ ਰਹਿੰਦਿਆਂ, ਪਰਿਵਾਰ ਵਿੱਚ ਵਿਚਰਦਿਆਂ, ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਹੁਣ ਕਈ ਸਹਿਲਾ ਮਰਨਾ ਕਹਿੰਦੇ ਨੇ ਬਈ ਜੀ, ਅੰਤ ਸਮੇਂ ਨੂੰ ਸਹਿਲਾ ਮਰਨਾ ਆਖਦੇ ਨੇ। ਗੁਰਮੁਖ ਪਿਆਰਿਓ, ਬੜੇ ਧਿਆਨ ਦੇ ਨਾਲ ਵਿਚਾਰਨਾ ਹੈ। ਸਹਿਲਾ ਮਰਨਾ ਕਿਸ ਨੂੰ ਆਖਿਆ? ਸਵਾਸਾਂ ਦੇ ਹੁੰਦਿਆਂ, ਜੀਵਨ ਦੇ ਰਹਿੰਦਿਆਂ, ਪਰਿਵਾਰ ਵਿੱਚ ਵਿਚਰਦਿਆਂ, ਜਿੱਥੇ ਇੱਕ ਇਨਸਾਨ ਮਰਨ ਤੋਂ ਬਾਅਦ ਚਲਾ ਜਾਂਦਾ ਹੈ। ਸੌਣ ਤੋਂ ਬਾਅਦ ਅਸੀਂ ਰੋਜ਼ ਉੱਥੇ ਜਾਂਦੇ ਹਾਂ। ਆਹ ਸਿਮਰਨ ਕਰਕੇ ਉੱਥੇ ਜਾਣਾ ਸਿੱਖ ਲਈਏ। ਸਿਮਰਨ ਕਰਕੇ, ਗੁਰਬਾਣੀ ਪੜ੍ਹ ਸੁਣ ਵਿਚਾਰ ਕੇ ਉੱਥੇ ਜਾਣਾ ਸਿੱਖ ਲਈਏ। ਉਹਨੂੰ ਕਹਿੰਦੇ ਨੇ ਕਬੀਰ, ਮੋਹੇ ਮਰਨੇ ਕਾ ਚਾਉ ਹੈ, ਮरूँ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਦੁਆਰ। ਉਹਨੂੰ ਕਹਿੰਦੇ ਨੇ ਨਾਨਕ, ਮਨ ਹੀ ਕੋ ਮਨ ਮਾਰ ਸੀ, ਜੇ ਸਤਿਗੁਰ ਭੇਟੇ ਸੋਏ। ਗੁਰੂ ਘਰ ਦੀ ਪਹਿਲੀ ਸ਼ਰਤ ਹੀ ਇਹ ਹੈ। ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰ ਰਹੇ ਨੇ, ਕਹਿੰਦੇ ਜਾਂ ਤਾਂ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੁਰਿਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਆ ਜਿਹੜਾ ਮਨ ਦਾ ਹੰਕਾਰ ਰੂਪੀ ਸੀਸ ਲੈ ਕੇ ਚੱਲਦੇ ਆ, ਆ ਮਨ ਦੀਆਂ ਤ੍ਰਿਸ਼ਨਾਵਾਂ ਲੈ ਕੇ ਚੱਲਦੇ ਆ, ਇਹਨਾਂ ਨੂੰ ਮਾਰਨਾ ਮਨ ਦਾ ਮਾਰਨਾ ਹੈ। ਮਨ ਦੀ ਮੱਤ ਨੂੰ, ਦੁਰਮਤ ਨੂੰ, ਕੁਮੱਤ ਨੂੰ ਮਾਰਨਾ ਮਨ ਦਾ ਮਾਰਨਾ ਹੈ। ਕਿਉਂਕਿ ਮਨ ਦੀਆਂ ਆ ਜਿਹੜੀਆਂ ਤ੍ਰਿਸ਼ਨਾਵਾਂ ਨੇ, ਮਨ ਦੀਆਂ ਬੁਰਾਈਆਂ ਨੇ, ਸਵਾਸਾਂ ਦੇ ਹੁੰਦਿਆਂ ਰਹਿੰਦਿਆਂ, ਇਹਨਾਂ ਨੂੰ ਮਾਰਨਾ ਹੀ ਮਨ ਦਾ ਮਾਰਨਾ ਹੈ। ਅਫੁਰ ਅਵਸਥਾ ਦੇ ਵਿੱਚ, ਜਿਵੇਂ ਦਾਸ ਪਹਿਲਾਂ ਵਿਚਾਰ ਰਿਹਾ ਸੀ, ਬਾਣੀ ਗੁਰੂ ਦਾ ਫੈਸਲਾ ਹੈ। ਪੂਰੇ ਗੁਰ ਕਾ ਸੁਣੋ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ ਸਾਸ, ਸਾਸ ਸਿਮਰੋ ਗੋਬਿੰਦ, ਕੀ ਹੋਏਗਾ ਮਨ ਅੰਤਰ ਕੀ ਉਤਰੇ ਚਿੰਤ। ਜਦੋਂ ਮਨ ਦੀਆਂ ਵਿਚਾਰਾਂ, ਮਨ ਦੀਆਂ ਇੱਛਾਵਾਂ, ਮਨ ਦੇ ਫੁਰਨੇ ਖਤਮ ਹੋ ਜਾਂਦੇ, ਮਨ ਅਚਿੰਤ ਅਵਸਥਾ ਵਿੱਚ ਆ ਜਾਂਦਾ, ਚਿੰਤਾ ਹੀ ਖਤਮ ਹੋ ਜਾਂਦੀ ਹੈ। ਪਾਤਸ਼ਾਹ ਜੀ ਦਾ ਹੁਕਮ ਹੈ, ਉਦਮ ਆਪਾਂ ਨੂੰ ਕਰਨਾ ਪਏਗਾ, ਕਿਰਪਾ ਸਤਿਗੁਰਾਂ ਨੇ ਕਰਨੀ ਹੈ। ਉਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪਹੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਔਰ ਜੀਵਨ ਅਚਿੰਤ ਅਵਸਥਾ ਵਿੱਚ ਹੋ ਜਾਂਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਨੀਂਦ ਅਧੂਰੀ ਮੌਤ ਹੈ। ਜਿੱਥੇ ਮਰ ਕੇ ਚਲੇ ਜਾਂਦੇ ਆ, ਉਹਨੂੰ ਸਦਾ ਲਈ ਨੀਂਦ ਵਿੱਚ ਜਾਣਾ ਕਿਹਾ। ਜਿੱਥੇ ਮਰ ਕੇ ਜਾਣਾ, ਸੌਣ ਤੋਂ ਬਾਅਦ ਰੋਜ਼ ਜਾਂਦੇ ਹਾਂ, ਉੱਥੇ ਸਿਮਰਨ ਕਰਦਿਆਂ ਅਫੁਰ ਅਵਸਥਾ ਵਿੱਚ ਚਲੇ ਜਾਈਏ। ਆ ਜਪਦਿਆਂ ਆਪਾਂ ਦੇਖਦੇ ਹਾਂ ਨਾ, ਕਈ ਵਾਰ ਕਈ ਗੁਰਮੁਖ ਆਖਦੇ ਜੀ, ਗੁਰਬਾਣੀ ਪੜ੍ਹਦਿਆਂ ਨੀਂਦ ਆ ਜਾਂਦੀ, ਪਤਾ ਹੀ ਨਹੀਂ ਲੱਗਦਾ। ਸਤਿਗੁਰ ਤੇ ਪਾਏ ਵਿਚਾਰਾ, ਸੁਨ ਸਮਾਦ ਸੱਚਾ ਘਰ ਵਾਰੈ। ਮਨ ਦਾ ਸੱਚਾ ਘਰ ਹੈ ਸੁਨ। ਕਈ ਵਾਰ ਦੇਖਦੇ ਹਾਂ, ਜਦੋਂ ਮਨ ਬਾਣੀ ਗੁਰੂ ਦੇ ਸਨਮੁਖ ਹੁੰਦਾ, ਜਪਦਿਆਂ ਸੁਨ ਵਿੱਚ ਚਲਾ ਜਾਂਦਾ। ਨੀਂਦ ਤੇ ਸੁਨ ਵਿੱਚ ਕੀ ਫਰਕ ਹੈ? ਜਦੋਂ ਮਨ ਨੀਂਦ ਲਏਗਾ, ਸੁਪਨੇ ਚੱਲ ਪੈਣਗੇ। ਆ ਨੀਂਦ ਆਈ, ਇੱਕਦਮ ਸੁਪਨੇ ਚੱਲ ਪੈਣਗੇ, ਸੁਪਨੇ ਦੀ ਦੁਨੀਆ ਦੇ ਵਿੱਚ ਮਨ ਚਲਾ ਜਾਏਗਾ। ਉਹ ਨੀਂਦ ਹੈ। ਤ੍ਰੈ ਗੁਣਾਂ ਦੇ ਵਿੱਚ ਮਨ ਸੁੱਤਾ, ਤੇ ਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਜੇ ਸੁੰਨ ਵਿੱਚ ਚਲਾ ਗਿਆ, ਕੋਈ ਫੁਰਨਾ ਨਹੀਂ। ਦੇਖਣ ਵਾਲਾ ਆਖੇਗਾ ਜੀ ਤੁਸੀਂ ਘੰਟਾ ਹੋ ਗਿਆ ਤੁਹਾਨੂੰ ਸੁੱਤਿਆਂ ਪਿਆ, ਤੇ ਜਿਹੜਾ ਬੈਠਾ ਉਹ ਕਹਿੰਦਾ ਜੀ ਮੈਂ ਤੇ ਬੈਠਾ ਸੀ, ਮੈਂ ਤੇ ਸਭ ਕੁਝ ਸੁਣਦਾ ਰਿਹਾ। ਤਨ ਕਰਕੇ ਸੁੰਨ ਵਿੱਚ ਚਲੇ ਗਏ ਤੇ ਮਨ ਬੰਦਗੀ ਦੇ ਵਿੱਚ ਆ ਗਿਆ, ਮਨ ਜਾਗਤ ਅਵਸਥਾ ਦੇ ਵਿੱਚ ਰਹਿ ਗਿਆ। ਉਹਨੂੰ ਕਹਿੰਦੇ ਨੇ ਸੁੰਨ ਦੇ ਵਿੱਚ ਜਾਣਾ। ਸੁੰਨ ਮਨ ਦਾ ਘਰ ਹੈ, ਸਤਿਗੁਰ ਤੇ ਪਾਏ ਵਿਚਾਰਾ, ਸੁੰਨ ਸਮਾਧ ਸੱਚਾ ਘਰ ਵਾਰ ਹੈ। ਮਨ ਦਾ ਸੱਚਾ ਘਰ ਹੈ ਸੁੰਨ। ਸੁੰਨ ਕਿੱਥੇ ਹੈ? ਪਵਨ ਕਾ ਵਾਸਾ ਸੁਨਨ ਵਾਸਾ, ਅਕਲ ਕਲਾ ਤਰਸੋ। ਜਿੱਥੋਂ ਸਾਹ ਲੈ ਰਹੇ ਹਾਂ, ਆ ਜਿਹੜਾ ਸਵਾਸ, ਆ ਜਿਹੜੀ ਸਪੇਸ ਹੈ, ਇਹ ਸੁੰਨ ਹੈ। ਸਿਮਰਨ ਕਰਦਿਆਂ ਅਫੁਰ ਅਵਸਥਾ ਦੇ ਵਿੱਚ ਮਨ ਇੱਥੇ ਆ ਜਾਏ ਤਾਂ ਇੱਥੇ ਕੀ ਰੱਖਿਆ ਮਾਲਕ ਨੇ? ਸੁੰਨ ਮਨ ਦਾ ਘਰ ਹੈ। ਇਹਨੂੰ ਨਿਜ ਘਰ ਵੀ ਆਖਿਆ। ਪਾਤਸ਼ਾਹ ਜੀ ਦਾ ਫੈਸਲਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਸੋ ਗੁਰਮੁਖ ਪਿਆਰਿਓ, ਇੱਥੇ 84 ਕੱਟੀ ਜਾਂਦੀ ਹੈ। ਪ੍ਰਭ ਕੈ ਸਿਮਰਨ ਗਰਭ ਨਾ ਵਸੈ, 84 ਕੱਟੀ ਜਾਂਦੀ ਹੈ। ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ, ਜਿੱਥੇ ਅਸੀਂ ਰਾਤ ਨੂੰ ਸੌਣ ਤੋਂ ਬਾਅਦ ਜਾਂਦੇ ਹਾਂ, ਉਹਦੀ ਅਸੀਂ ਖੋਜ ਕਰਨੀ ਹੁੰਦੀ ਹੈ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਸਾਨੂੰ ਪਤਾ ਲੱਗ ਜਾਏ ਕਿ ਅਸੀਂ ਇਹ ਗੁਣ ਤਾਂ ਨਿਭੇਗਾ ਜੇ ਹਰ ਕਾਰਜ ਦੇ ਵਿੱਚ ਮਾਲਕ ਦਾ ਸ਼ੁਕਰਾਨਾ ਕਰਾਂਗੇ, ਸਿਮਰਨ ਬੰਦਗੀ ਕਰਾਂਗੇ।
क्योंकि जदों आपां रात नूं चैक करके अपने आप नूं देखीए, थोड़ा चौड़ करके विचारीए, एक इंसान जदों सवास छड्डण लगदा है ना, मरण के किनारे हुंदा है, ਪਹਿਲਾਂ ਉਹਦੇ ਸਵਾਸ ਤੇਜ਼ ਹੋ ਜਾਂਦੇ, ਸਾਹ ਤੇਜ਼ ਲੈਣੇ ਸ਼ੁਰੂ ਕਰ ਦਿੰਦਾ ਹੈ। ਜੇ ਅਸੀਂ ਆਪਣੇ ਮਨ ਦੀ ਹਾਲਤ ਦੇਖੀਏ, ਸਰੀਰ ਦੀ ਹਾਲਤ ਦੇਖੀਏ, ਜਦੋਂ ਆਪਾਂ ਬੈੱਡ ਤੇ ਪੈਂਦੇ ਆ ਨਾ, ਨਾਰਮਲ ਸਵਾਸਾਂ ਨਾਲੋਂ ਸਾਹ ਤੇਜ਼ ਚੱਲ ਪੈਂਦੇ। ਉਸ ਤੋਂ ਬਾਅਦ ਮਰਨ ਲੱਗਿਆ ਇਨਸਾਨ ਜਦੋਂ ਸਵਾਸ ਤੇਜ਼ ਚੱਲਦੇ ਨੇ, ਫਿਰ ਸਵਾਸ ਨਾਰਮਲ ਚੱਲਣੇ ਸ਼ੁਰੂ ਹੋ ਜਾਂਦੇ, ਨਾਰਮਲ ਥੋੜ੍ਹੇ ਲੰਬੇ ਸਵਾਸ। ਇਸੇ ਤਰ੍ਹਾਂ ਅਸੀਂ ਰਾਤ ਨੂੰ ਸੌਣ ਲੱਗੇ ਹਾਂ, ਪਹਿਲਾਂ ਸਵਾਸ ਤੇਜ਼ ਹੁੰਦੇ, ਉਸ ਤੋਂ ਬਾਅਦ ਥੋੜ੍ਹੇ ਥੋੜ੍ਹੇ ਸਵਾਸ ਅਸੀਂ ਲੰਬੇ ਲੈਣੇ ਸ਼ੁਰੂ ਕਰਦੇ ਹਾਂ। ਉਹਨੂੰ ਕਹਿੰਦੇ ਨੇ ਸੁਕੋਪਤ ਅਵਸਥਾ, ਅੱਧ ਸੁੱਤੀ ਅਵਸਥਾ। ਜਦੋਂ ਸਵਾਸ ਲੰਬੇ ਚੱਲਦੇ, ਸੌਣ ਵਾਲੇ ਇਨਸਾਨ ਨੂੰ ਜੋ ਮਰਜ਼ੀ ਪੁੱਛ ਲਈਏ, ਸਾਡੀ ਗੱਲ ਦਾ ਜਵਾਬ ਦੇ ਦੇਗਾ। ਉਹਨੂੰ ਸਵੇਰੇ ਉੱਠੇ ਨੂੰ ਪੁੱਛਾਂਗੇ, ਉਹ ਕਹਿ ਦੇਗਾ ਜੀ ਮੈਨੂੰ ਤਾਂ ਪਤਾ ਨਹੀਂ, ਅੱਧ ਸੁੱਤੇ ਨੇ ਕਹਿ ਦਿੱਤਾ ਹੋਣਾ। ਇਸੇ ਤਰ੍ਹਾਂ ਜਦੋਂ ਆ ਵਿਚਾਰਾਂ ਦੀ ਖੇਡ ਖਤਮ ਹੋ ਜਾਂਦੀ ਹੈ, ਜਦੋਂ ਇਹ ਲੰਬੇ ਸਵਾਸ ਚੱਲਦੇ, ਉਦੋਂ ਮਾਲਕ ਦੁਨੀਆ ਦੇ ਵਿੱਚੋਂ ਸਾਡਾ ਕਨੈਕਸ਼ਨ ਕੱਟਣਾ ਸ਼ੁਰੂ ਕਰ ਦਿੰਦਾ ਹੈ। ਆ ਜਿਹੜੀ ਦੁਨਿਆਵੀ ਗਿਆਨ ਦੀ ਪਕੜ ਹੈ, ਇਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਉਸ ਤੋਂ ਬਾਅਦ ਥੋੜ੍ਹੇ ਲੰਬੇ, ਹੋਰ ਲੰਬੇ ਸਵਾਸ ਲੈਂਦੇ ਆ। ਅੰਤਮ ਸਮੇਂ ਵੀ ਇੱਕ ਨਹੀਂ ਹੈ, ਬੜੇ ਲੰਬੇ ਖਿੱਚਵੇਂ ਸਵਾਸ ਇਨਸਾਨ ਲੈਂਦਾ ਹੈ, ਔਰ ਉਸ ਤੋਂ ਬਾਅਦ ਥੋੜ੍ਹਾ ਜਿਹਾ ਸਵਾਸ ਰੁਕਣਾ ਸ਼ੁਰੂ ਹੋ ਜਾਂਦਾ ਹੈ। ਸੌਣ ਲੱਗਿਆਂ ਵੀ ਰੁਕਦਾ। ਜਦੋਂ ਸਵਾਸ ਲੈ ਕੇ ਸਵਾਸ ਰੁਕਦਾ ਤਾਂ ਕੀ ਹੁੰਦਾ, ਇੱਕਦਮ ਘਰੜਾ ਵੱਜਦਾ ਹੈ। ਇਸ ਤਰ੍ਹਾਂ ਘਰੜਾ ਮਾਰਦੇ ਆ। ਜਦੋਂ ਸਾਹ ਰੁਕਿਆ, ਇੱਕਦਮ ਘਰੜਾ ਵੱਜਦਾ ਔਰ ਮਨ ਪਾਉਣ ਦੇ ਨਾਲੋਂ ਵੱਖ ਹੋ ਜਾਂਦਾ, ਸਾਨੂੰ ਗੂੜੀ ਨੀਂਦ ਆ ਜਾਂਦੀ ਹੈ। ਸਾਡੇ ਕੋਲ ਸਵਾਸਾਂ ਦਾ ਧਨ ਹੈ, ਅਸੀਂ ਦੁਬਾਰੇ ਆ ਸਕਦੇ ਹਾਂ, ਪਰ ਜਿਹਦਾ ਧਨ ਮੁੱਕ ਗਿਆ ਉਹ ਉੱਥੇ ਹੀ ਰਹਿ ਜਾਂਦਾ, ਉਹ ਵਾਪਸ ਨਹੀਂ ਆਉਂਦਾ। ਪ੍ਰੈਕਟੀਕਲ ਵਿਚਾਰੀਏ, ਜਦੋਂ ਇਨਸਾਨ ਸਰੀਰ ਛੱਡਣ ਲੱਗਦਾ, ਅੰਤਮ ਸਵਾਸ 'ਤੇ ਆ ਕੇ ਘਰਾੜਾ ਵੱਜਣਾ ਸ਼ੁਰੂ ਹੋ ਜਾਂਦਾ। 1 2 ਜਾਂ 3 ਘਰਾੜੇ ਮਾਰੇਗਾ। ਥੋੜ੍ਹਾ ਜਿਹਾ ਘਰਾੜਾ ਵੱਜਿਆ, ਉਸ ਤੋਂ ਬਾਅਦ ਇੱਕਦਮ ਪ੍ਰਾਣ ਤਿਆਗ ਦਿੰਦਾ। ਜੋ ਕਿਰਿਆ ਕੁਦਰਤ ਸਾਨੂੰ ਰੋਜ਼ ਬਿਨ ਨਾਗਾ ਖਿਡਾਉਂਦੀ ਹੈ, ਉਹ ਕਿਰਿਆ ਅੰਤ ਸਮੇਂ ਵੀ ਅਸੀਂ ਖੇਡਣੀ ਹੈ। ਅੰਤ ਸਮੇਂ ਦਾ ਜੋ ਪ੍ਰੈਕਟੀਕਲ ਹੈ, ਉਹ ਰਾਤ ਨੂੰ ਸੌਣ ਦੇ ਨਾਲ ਇੱਕਦਮ ਮੈਚ ਕਰਦਾ। ਔਰ ਬਾਬਾ ਕਬੀਰ ਜੀ ਦਾ ਬਚਨ ਜੋ ਆਪਾਂ ਅਕਸਰ ਵਿਚਾਰਦੇ ਹਾਂ, ਜਦੋਂ ਮਨ ਉੱਥੇ ਜਾਂਦਾ, ਬਾਬਾ ਕਬੀਰ ਜੀ ਕੀ ਦੇਖਦੇ ਨੇ, ਦੇਹੀ ਗਾਵਾਂ ਜਿਉ ਧਰ ਮੈਥੋਂ ਵਸੈ, ਪੰਜ ਕਿਰਸਾਨਾ ਨੈਨੂ ਨਕਟੂ ਸਵਰਨੂ ਰਸਪਦ ਇੰਦਰੀ ਕਿਆ ਨਾ ਮਾਨਾ। ਬਾਬਾ ਆਪ ਬਨੰਬ ਸੋਏ ਗਾਉ। ਕਰਮ ਇੰਦਰੀਆਂ, ਗਿਆਨ ਇੰਦਰੀਆਂ ਇਨਸਾਨ ਦੇ ਕਹਿਣੇ ਤੋਂ ਬਾਹਰ ਨੇ। 5 ਚੋਰ ਅੰਦਰ ਧਨ ਲੁੱਟ ਰਹੇ ਨੇ। ਜੋਦਨੀਆਂ ਕਰਦਾ ਸਾਡਾ ਮਨ, ਜਿੱਥੇ ਰਾਤ ਨੂੰ ਸੁਪਨਾ ਆਉਂਦਾ, ਭੱਜਦੇ ਹਾਂ, ਭੱਜਿਆ ਨਹੀਂ ਜਾਂਦਾ, ਰੌਲਾ ਪਾਉਂਦੇ ਹਾਂ, ਆਵਾਜ਼ ਨਹੀਂ ਨਿਕਲਦੀ ਵੀ ਬਾਬਾ ਮੈਂ ਇਸ ਸਰੀਰ ਵਿੱਚ ਨਹੀਂ ਵਸਾਂਗਾ। ਕਿਉਂ ਨਹੀਂ ਵਸੇਗਾ? ਘਰੀ ਘਰੀ ਕਾ ਲੇਖਾ ਮੰਗੇ ਕਾਹੇ ਤੇ ਚੇਤੂ ਨਾਉ। ਹੁਣ ਮਨ ਮਾਲਕ ਅੱਗੇ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ ਤੁਸੀਂ ਤੇ ਨਾਮ ਜਪਣ ਭੇਜਿਆ ਸੀ, ਮੈਨੂੰ ਤੇ 5 ਚੋਰਾਂ ਨੇ ਲੁੱਟ ਲਿਆ। ਕਰਮ ਇੰਦਰੀਆਂ ਮੇਰੇ ਕਹਿਣੇ ਤੋਂ ਬਾਹਰ ਹੋ ਗਈਆਂ, ਗਿਆਨ ਇੰਦਰੀਆਂ ਮੇਰੀ ਗੱਲ ਨਹੀਂ ਸੁਣਦੀਆਂ, ਮੈਂ ਇੱਥੇ ਕਰਨਾ ਕੀ ਹੈ? ਮੈਂ ਸਰੀਰ 'ਚ ਵਸਣਾ ਹੀ ਨਹੀਂ। ਬਾਬਾ ਆਪ ਨਾ ਬਸਵੇਂ ਗਾਉ। ਕਿਉਂ ਨਹੀਂ ਵਸੇਗਾ? ਕਹਿੰਦੇ ਘਰੀ ਘਰੀ ਕਾ ਲੇਖਾ ਮੰਗੇ ਕਾਹੇ ਤੇ ਚੇਤੂ ਨਾਉ। ਹਰ ਰੋਜ਼ ਲੇਖਾ ਜੋਖਾ ਹੁੰਦਾ। ਰੋਜ਼ ਪੜ੍ਹਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਤ ਦਿਵਸ ਰਾਤ ਦੁਰਦਾਈ ਦਾਇਆ ਖੇਲੇ ਸਗਲ ਜਗਤ। ਦਿਨ ਤੇ ਰਾਤ ਵਿੱਚ ਚੱਲਦਾ ਕੀ ਹੈ? ਚੰਗਿਆਈਆਂ ਬੁਰਾਈਆਂ। ਸਵੇਰ ਤੋਂ ਸ਼ਾਮ ਤੱਕ ਕੀਤੇ ਚੰਗੇ ਕਰਮ ਜਾਂ ਮਾੜੇ ਕਰਮ, ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਜ਼ੂਰ ਧਰਮ ਰਾਜ ਦੀ ਕਚਹਿਰੀ 'ਚ ਲੇਖਾ ਰੋਜ਼ ਵਾਚਿਆ ਜਾਂਦਾ। ਅੰਤ ਸਮੇਂ ਨਵੇੜਾ ਆਉਂਦਾ। ਚੰਗਿਆਈਆਂ ਬੁਰਾਈਆਂ ਵਾਚਾ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ। ਕਿ ਦੂਰ ਕੋਈ ਘੰਟਾ ਪਹਿਲਾਂ ਸੌਂ ਜਾਏਗਾ, ਕੋਈ 2 ਘੰਟੇ ਲੇਟ ਸੌਂ ਜਾਏਗਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਹਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਕੁਜਲੇ। ਕੀਤੀ ਛੁੱਟੀ ਨਾਲ ਜਿਹੜੇ ਮਾਲਕ ਦਾ ਸ਼ੁਕਰਾਨਾ ਕਰਕੇ ਜਾਂਦੇ, ਦਰਗਾਹ ਵਿੱਚ ਨਿਭ ਜਾਂਦੀ ਹੈ। ਧਰਮ ਰਾਏ ਜਬ ਲੇਖਾ ਮੰਗੇ ਬਾਕੀ ਨਿਕਸੀ ਭਾਰੀ। ਬਾਕੀ ਕਹਿੰਦੇ ਨੇ ਕਰਜ਼ ਨੂੰ, ਕਰਜ਼ ਬੜਾ ਚੜਿਆ ਦੇਖਦਾ। ਧਰਮ ਰਾਏ ਜਬ ਲੇਖਾ ਮੰਗੇ ਬਾਕੀ ਨਿਕਸੀ ਭਾਰੀ। 5 ਕਿਰਸਾਨਵਾਂ ਭਾਗ ਗਏ ਲੈ ਬੰਧਿਓ ਜੀਓ ਦਰਬਾਰੀ। ਉੱਥੋਂ ਪੁਕਾਰ ਕੇ ਕਹਿ ਰਹੇ ਨੇ, ਕਹਿੰਦੇ ਕਾਏ ਕਬੀਰ ਸੁਣੋ ਰੇ ਸੰਤ ਹੋ। ਆ ਸੰਗਤ ਵਿੱਚ ਸਾਨੂੰ ਸੰਤ ਜਨ ਕਹਿ ਕੇ ਪੁਕਾਰ ਰਹੇ ਨੇ। ਕਹਿੰਦੇ ਸੰਤੋ, ਬਾਬਾ ਕਬੀਰ ਜੀ ਕਹਿ ਰਹੇ ਨੇ ਪ੍ਰਗਟ ਗੁਰਾਂਗੀ ਦੇਹ ਦੇ ਵਿੱਚ, ਸਾਡੇ ਵੱਲ ਇਸ਼ਾਰਾ ਕਰਕੇ ਕਹਿ ਰਹੇ ਨੇ। ਕਹਿੰਦੇ ਸੰਤ ਜਨੋ ਮੇਰੀ ਗੱਲ ਧਿਆਨ ਨਾਲ ਸੁਣੋ। ਕਬੀਰ ਬੋਲ ਰਿਹਾ, ਕਹੇ ਕਬੀਰ ਸੁਣੋ ਰੇ ਸੰਤ ਹੋ। ਖੇਤ ਹੀ ਕਰੋ ਨਵੇਰਾ
ਆਸਵਾਸਾਂ ਦੇ ਹੁੰਦਿਆਂ ਜੀਵਨ ਦੇ ਰਹਿੰਦਿਆਂ ਨਵੇੜਾ ਕਰ ਲਓ। ਜੇ ਸੋਚੋਗੇ ਬਾਅਦ ਵਿੱਚ ਛੁਟਕਾਰਾ ਹੋ ਜਾਏਗਾ, ਭੁਲੇਖਾ ਤੁਹਾਡਾ। ਕਹੇ ਕਬੀਰ ਸੁਨੋ ਰੇ ਸੰਤ ਹੋ, ਖੇਤ ਹੀ ਕਰੋ ਨਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭਵ ਜਲ ਫੇਰਾ। ਸੱਚੇ ਪਾਤਸ਼ਾਹ ਹੁਣ ਬਖਸ਼ ਲੈ। ਗੁਰਮੁਖੋ ਰੋਜ਼ ਜੋਦਣੀਆਂ ਬੇਨਤੀਆਂ ਕਰਦੇ ਹਾਂ। ਸੱਚੇ ਪਾਤਸ਼ਾਹ ਜਿੱਥੋਂ ਸਾਡਾ ਦੁਬਾਰੇ ਜਨਮ ਆਉਂਦਾ ਪਾਤਸ਼ਾਹ ਰੋਜ਼ ਉੱਥੋਂ ਇਹ ਸਰੀਰ ਵਿੱਚ ਸਾਨੂੰ ਛੱਡਣ ਆਉਂਦੇ ਨੇ। ਜਿੱਥੋਂ ਦੁਬਾਰੇ ਜਨਮ ਹੁੰਦਾ ਨਾ ਇਨਸਾਨ ਦਾ, ਸਾਡਾ ਮਨ ਉੱਥੋਂ ਰੋਜ਼ ਇਸ ਸਰੀਰ ਵਿੱਚ ਆਉਂਦਾ। ਔਰ ਪਾਤਸ਼ਾਹ ਸੁਚੇਤ ਕਰਦੇ ਨੇ, ਕਹਿੰਦੇ ਪੰਜ ਪਹਿਰੂਆ ਦਰ ਪੇ ਰਹਤੇ, ਤਿਨਕਾ ਨਹੀਂ ਪਤਿਆਰਾ, ਚੇਤ ਸੁਚੇਤ ਚਿਤ ਹੋਏ ਰਹੋ ਤੋ ਲੈ ਪ੍ਰਗਾਸ ਸੁਜਾਰਾ। ਸਮਝਾਉਂਦੇ ਨੇ ਕਿ ਮੇਰੇ ਮਨ ਬੱਚੇ ਆ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਫਿਰ ਪਹਿਰੇਦਾਰ ਬਣ ਕੇ ਤੇਰੇ ਦਰ 'ਤੇ ਖੜੇ ਨੇ, ਇਹਨਾਂ ਦੇ ਵੱਸ ਨਾ ਪੈ ਜਾਈ, ਤੈਨੂੰ ਲੁੱਟ ਲੈਣਗੇ। ਪਰ ਸਾਡੀ ਹਾਲਤ ਕੀ ਹੈ? ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰ। ਅਸੀਂ ਇਸ ਪਾਸੇ ਧਿਆਨ ਹੀ ਨਹੀਂ ਦਿੰਦੇ। ਸੋ ਗੁਰਮੁਖੋ ਆਸਵਾਸਾਂ ਦਾ ਤਨ ਲੁੱਟਿਆ ਜਾ ਰਿਹਾ ਹੈ, ਔਧ ਰੋਜ਼ ਦੀ ਰੋਜ਼ ਘਟ ਰਹੀ ਹੈ। ਸਾਨੂੰ ਅੰਤਮ ਸਵਾਸ ਤੋਂ ਪਹਿਲਾਂ ਮਾਲਕ ਦੇ ਸ਼ੁਕਰਾਨੇ ਵਿੱਚ ਆ ਜਾਣਾ ਚਾਹੀਦਾ ਹੈ, ਤਾਂ ਕਿ ਆ ਜੀਵਨ ਮਾਲਕ ਦੇ ਨਾਲ ਨਿਭ ਜਾਏ। ਕਿਆ ਵਸਾਸਾ ਇਸ ਭਾਂਡੇ ਕਾ, ਇਤਨਾ ਕੁ ਲਾਗਾ ਠਣਕਾ, ਪਤਾ ਨਹੀਂ ਕਦੋਂ ਮਾੜੀ ਠੋਕਰ ਨੇ ਪ੍ਰਾਣ ਲੈ ਜਾਣੇ ਨੇ। ਅੱਜ ਤੇ ਆਪਾਂ ਦੇਖਦੇ ਹਾਂ ਜੋ ਹਾਲਾਤ ਨੇ ਗੁਰਮੁਖ ਪਿਆਰਿਓ, ਕੋਈ ਨੋਰਮਲ ਵੀ ਘੰਟੀ ਵੱਜ ਜਾਏ ਪਤਾ ਲੱਗਦਾ ਪਤਾ ਨਹੀਂ ਕੀ ਸੁਨੇਹਾ ਆ ਜਾਣਾ। ਸੋ ਗੁਰਮੁਖ ਪਿਆਰਿਓ ਇਹੀ ਜੋਦਨੀਆਂ ਬੇਨਤੀਆਂ ਜੇ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਵਿਚਰਦੇ ਹਾਂ। ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਗਿਣ ਘਾਲੇ ਸਭ ਦਿਵਸ ਸਾਸ ਨਹਿ, ਵਧਣ ਘਟਣ ਤਿਲ ਸਾਰ। ਦਿੱਤੀ ਉਮਰ ਇੱਕ ਤਿਲ ਪਰ ਵੱਧ ਘਟ ਨਹੀਂ ਸਕਦੀ, ਪਰ ਅੰਤਮ ਸਵਾਸ ਤੋਂ ਪਹਿਲਾਂ ਮਾਲਕ ਦੇ ਸ਼ੁਕਰਾਨੇ ਵਿੱਚ ਆ ਜਾਈਏ। ਇੱਕ ਅਕਾਲ ਪੁਰਖ ਵਾਹਿਗੁਰੂ ਦਿਆਲੂ ਨੇ ਕੀ ਕਰਦੇ ਨੇ, ਪ੍ਰਭ ਭਾਵੈ ਬਿਨ ਸਾਸ ਤੇਰਾ ਕੇ। ਅੰਤਮ ਸਵਾਸ ਵੀ ਆ ਜਾਏ ਨਾ, ਜੇ ਸਾਡਾ ਜੀਵਨ ਪਰਮਾਤਮਾ ਨੂੰ ਚੰਗਾ ਲੱਗੇਗਾ, ਜਪਣ ਵਾਲੀ ਰੂਹ ਹੋਵਾਂਗੇ, ਅੰਤਮ ਸਵਾਸ ਤੇ ਸਾਡੇ ਸਵਾਸ ਵਧਾ ਕੇ ਵੀ ਜਿੰਦਾ ਰੱਖ ਲਏਗਾ, ਲਿਜਾਣ ਦੀ ਕਾਹਲੀ ਨਹੀਂ ਕਰੇਗਾ। ਸੋ ਗੁਰਮੁਖੋ ਆਪਾਂ ਉਮਰਾਂ ਭੋਗ ਕੇ ਜਾਈਏ, ਉਹਦੇ ਲਈ ਇੱਕੋ ਹੀ ਇੱਕ ਹੱਲ ਹੈ, ਬਾਣੀ ਗੁਰੂ ਦਾ ਓਟ ਆਸਰਾ ਲਈਏ, ਸੇਵਾ ਸਿਮਰਨ ਦੇ ਨਾਲ ਜੁੜੀਏ, ਗੁਰਬਾਣੀ ਪੜ੍ਹ ਸੁਣ ਵਿਚਾਰੀਏ, ਆਪ ਜਪੀਏ ਤੇ ਦੂਜੇ ਨੂੰ ਪ੍ਰੇਰੀਏ। ਇਹੀ ਬੇਨਤੀਆਂ ਹਨ ਪ੍ਰਵਾਨ ਕਰਨੀਆਂ, ਔਰ ਇਹੀ ਆਪਾਂ ਸੰਗਤ ਰੂਪ ਦੇ ਵਿੱਚ ਬੈਠ ਕੇ ਸਤਿਗੁਰਾਂ ਦੇ ਅੱਗੇ ਜੋਦੜੀ ਬੇਨਤੀ ਕਰਦੇ ਹਾਂ। ਸੱਚੇ ਪਾਤਸ਼ਾਹ ਉਸ ਵਿਛੜੀ ਰੂਹ ਤੋਂ ਜਾਣੇ ਅਣਜਾਣੇ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਆਪ ਜੀ ਦੇ ਹੁਕਮ ਦੀਆਂ ਉਲੰਘਣਾ ਹੋ ਗਈਆਂ ਹੋਣਗੀਆਂ, ਅਨੇਕਾਂ ਕਿਸੇ ਜੀਵਨ ਦਾ ਦੁੱਖ ਦਿਲ ਦਿਖਾਇਆ ਗਿਆ ਹੋਏਗਾ। ਜਾਣੇ ਅਣਜਾਣੇ ਵਿੱਚ ਗਲਤੀਆਂ ਨੂੰ ਨਾ ਉਹਨੂੰ ਵਿਚਾਰਦੇ ਹੋਏ ਉਸ ਵਿਛੜੀ ਰੂਹ ਨੂੰ ਬਖਸ਼ ਕੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰੋ। ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਤੇ ਸਾਨੂੰ ਜੁਗਤ ਬਖਸ਼ਿਸ਼ ਕਰੋ। ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭਵ ਜਲ ਫੇਰਾ। ਸੱਚੇ ਪਾਤਸ਼ਾਹ ਜੀ ਹੁਣ ਬਖਸ਼ ਲਓ, ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰੋ। ਜੇ ਸੰਗਤ ਰੂਪ ਦੇ ਵਿੱਚ ਆਪਾਂ ਜੋਦੜੀ ਬੇਨਤੀ ਕਰਦੇ ਹਾਂ, ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਉਹ ਬਖਸ਼ਣਹਾਰ ਬਣ ਕੇ ਵਰਤਦਾ। ਕਿਹੋ ਜਿਹੀ ਔਗਣ ਬਖਸ਼ਣ ਲਈ ਤਿਆਰ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ, ਦਿਆ ਕਰੋ ਕਿਛ ਮੇਰ ਪਾਵੋ, ਡੁੱਬਦੇ ਪੱਤਰ ਤਾਰੇ। ਜੀੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ, ਪਨਵਤ ਨਾਨਕ ਹੁਕਮ ਪਛਾਣੇ। ਜੇ ਹੁਕਮ ਦੀ ਪਹਿਚਾਣ ਆ ਜਾਏ ਕੀ ਹੋਏਗਾ? ਕਹਿੰਦੇ ਸੁੱਖ ਹੋਵੇ ਦਿਨ ਰਾਤੀ, ਦਿਨੇ ਤਾਂ ਸੁੱਖ ਮਾਣਾਂਗੇ, ਸੁਪਨੇ ਵਿੱਚ ਵੀ ਦੁੱਖ ਨਹੀਂ ਆਏਗਾ। ਔਰ ਦੋਨੇ ਪਾਸੇ ਕਿਵੇਂ ਨਿਭ ਸਕਦੇ ਆ? ਕਿਆ ਸਭਨਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਸੇ ਪੂਰੇ ਪੁਰਖ ਪ੍ਰਧਾਨ। ਜਿਨ੍ਹਾਂ ਨੂੰ ਜਪਣਾ ਨਹੀਂ ਵਿਸਰਦਾ, ਉਹਨਾਂ ਦਾ ਜੀਵਨ ਹੀ ਮਾਲਕ ਦੇ ਦਰ 'ਤੇ ਨਿਭਦਾ। ਸੋ ਗੁਰਮੁਖ ਪਿਆਰਿਓ, ਆਓ ਉਸ ਵਿਛੜੀ ਰੂਹ ਨੂੰ ਇੱਕ ਅੱਧਾ ਮਿੰਟ ਫਿਰ ਆਪਾਂ ਆਸਵਾਸਾਂ ਰੂਪੀ ਰਤਨਾਂ ਦੀ ਸ਼ਰਧਾਂਜਲੀ ਦੇਣੀ ਹੈ। ਉਹਦੇ ਨਾਲ ਫਿਰ ਆਪਾਂ ਸਮਾਂ ਹੋ ਚੁੱਕਾ ਫਤਿਹ ਬੁਲਾਵਾਂਗੇ। ਉਸ ਤੋਂ ਬਾਅਦ ਗੁਰਮੁਖ ਪਿਆਰੇ ਆਨੰਦ ਸਾਹਿਬ ਜੀ ਦਾ ਜਾਪ ਕਰਨਗੇ। ਬੜੇ ਧਿਆਨ ਦੇ ਨਾਲ ਸਰਵਣ ਕਰਨਾ। ਸਤਿਗੁਰੂ ਸਾਡੀ ਰਸਨਾ 'ਤੇ ਆ ਕੇ ਸਾਨੂੰ ਕੁਝ ਸਮਝਾ ਰਹੇ ਨੇ ਕਿ ਮੇਰੇ ਮਨ ਬੱਚੇ, ਆਨੰਦ ਦੀ ਅਵਸਥਾ ਇਸ ਤਰੀਕੇ ਮਾਣੀ ਜਾ ਸਕਦੀ ਹੈ। ਸੋ ਕਿਤੇ ਮਨ ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ ਜਿਉ। ਸਤ ਕਰਕੇ ਮੰਨ ਲਏ,
ਜੀਵਨ ਪ੍ਰਵਾਨ ਹੋ ਜਾਂਦਾ ਹੈ। ਉਹਦੇ ਲਈ ਆਓ ਇੱਕ ਅੱਧਾ ਮਿੰਟ ਅੱਖਾਂ ਬੰਦ ਕਰਕੇ ਪੂਰਾ ਧਿਆਨ ਆਪਣੀ ਆਵਾਜ਼ ਵਿੱਚ ਇਕਾਗਰ ਕਰਕੇ ਆ ਸਵਾਸਾਂ ਰੂਪੀ ਰਤਨਾਂ ਦੀ ਸ਼ਰਧਾਂਜਲੀ ਆਪਾਂ ਉਸ ਵਿਛੜੀ ਰੂਹ ਨੂੰ ਦੇਣੀ ਹੈ। ਕੋਈ ਰਸਨਾ ਵਾਂਝੀ ਨਾ ਰਹੇ। ਸਵਾਸ ਗ੍ਰਾਸ ਸਿਮਰਨ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹੀ ਪਾਤਸ਼ਾਹ ਜੀ ਦਾ ਫੈਸਲਾ ਹੈ। ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਬਖਾਣੀਏ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬਜਾਏ। ਜੋ ਇਹੀ ਸਤਿਗੁਰੂ ਸਾਨੂੰ ਸਮਝਾਉਣਾ ਕਰ ਰਹੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜਿੱਥੇ ਆਪਾਂ ਇੱਥੇ ਅੰਤਮ ਅਰਦਾਸ 'ਤੇ ਪਹੁੰਚੇ ਹਾਂ, ਸਿੱਖ ਪ੍ਰਚਾਰ ਚੈਨਲ YouTube ਦਾ ਚੈਨਲ ਹੈ, ਸਿੱਖ ਪ੍ਰਚਾਰ ਚੈਨਲ। ਉਹਦੇ ਉੱਤੇ ਆ ਸਾਰਾ ਪ੍ਰੋਗਰਾਮ ਲਾਈਵ ਵੀ ਚੱਲਿਆ ਹੈ ਔਰ ਇਹ ਰਿਕਾਰਡਿੰਗ ਉਸ ਤੋਂ ਬਾਅਦ ਵੀ ਰਹਿ ਜਾਂਦੀ ਹੈ। ਸੋ ਜਿਹੜੇ ਆਪਣੇ ਦੂਰ ਦਰਾਡੇ ਗੁਰਮੁਖ ਬੈਠੇ ਹਨ, ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਸਿੱਖ ਪ੍ਰਚਾਰ ਚੈਨਲ YouTube ਦੇ ਉੱਤੇ ਭਾਈ ਜਸਵੰਤ ਸਿੰਘ ਜੀ ਕਰਕੇ ਸਰਦਾਰ ਜਸਵੰਤ ਸਿੰਘ ਜੀ ਦੀ ਅੰਤਮ ਅਰਦਾਸ ਆਪਾਂ ਉਹਦੇ 'ਤੇ ਖੋਲਾਂਗੇ। ਜਾਂ ਵੈਸੇ ਹੀ ਸਾਹਮਣੇ ਆ ਜਾਂਦਾ ਤੇ ਆਪਾਂ ਕਿਸੇ ਵੀ ਟਾਈਮ ਕਦੇ ਵੀ ਇਹ ਵਿਚਾਰ ਸਰਵਣ ਉੱਥੋਂ ਕਰ ਸਕਦੇ ਹਾਂ। ਬੇਨਤੀ ਨੂੰ ਪ੍ਰਵਾਨ ਕਰਨਾ। ਪਾਤਸ਼ਾਹ ਜੀ ਦੀ ਬਖਸ਼ਿਸ਼ ਵਿੱਚ ਵਿਚਰਦਿਆਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਹਨ। ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ। ਪਰਿਵਾਰ ਦੇ ਵੱਲੋਂ ਆਪ ਜੀ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਆ ਕੇ ਦੁੱਖ ਵੰਡਾਉਣਾ ਕੀਤਾ ਹੈ। ਸਵਾਸਾਂ ਰੂਪੀ ਰਤਨਾਂ ਦੀ ਖੇਪ ਨਿਰਗੁਣ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਣੀ ਕੀਤੀ ਹੈ, ਤਾਂ ਕਿ ਗੁਰਮੁਖ ਪਿਆਰੇ ਅੰਤਮ ਅਰਦਾਸ ਦੇ ਵਿੱਚ ਇਹ ਆਪਣੇ ਜਪਿਆ ਉਸ ਵਿਛੜੀ ਰੂਹ ਨੂੰ ਪ੍ਰਵਾਨ ਹੋ ਜਾਏ। ਜੋਦਰੀ ਬੇਨਤੀ ਕਰਨਗੇ। ਸੋ ਗੁਰਮੁਖ ਪਿਆਰਿਓ, ਬਹੁਤ ਬਹੁਤ ਧੰਨਵਾਦ। ਅਨੇਕਾਂ ਗਲਤੀਆਂ ਨੂੰ ਨਾ ਚਿਤਾਰਦੇ ਹੋਏ ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। राम कली महला तीजा आनंद। एक ओंकार सतगुर प्रसाद। आनंद पया मेरी माए, सतगुरु मैं पाए। सतगुर तां पाया, सहज सेती मन वजियां वधाइयां। राग रतन परवार भरियां, शब्द गावण आइयां। शब्दो तां गावो हरि केरा, मन जिनी वसाया। कह नानक आनंद होआ, सतगुरु मैं पाया। ए मन मेरेया सदा रहो हर नाल। हर नाल रहो तू मन मेरे, दुख सब विसारना। अंगीकारो करे तेरा, कारज सब सवार। सबना गल्लां समरथ सुआमी, सो क्यों मनो विसारे।
कह नानक मन मेरे सदा रहो हर नाले। साचे साहेबा क्या नहीं कर तेरे, करता तेरे सब किछ है जिस देह सो पार। सदा सिफत सलाह तेरी नाम मन वसावे। नाम जिनके मन वसिया बाजे शब्द कनेरे। कह नानक सच्चे साहिब क्या नहीं कर तेरे। साचा नाम मेरा आधार, साच नाम आधार मेरा जिन भुखा सब गवान। कर शांत सुख मन आए वसिया जिन इच्छा सब बुझाया। सदा कुर्बान किता गुर बिट हो जिस दियां एह वड्याइयां। कह नानक सुनो संतो शब्द तरु प्यारो। साचा नाम मेरा आधारो वाजे पंच शब्द तित कर सपागै। कर सपागै शब्द वाजे कला चित कर तारिया। पंच दूत तुद वस कीते काल कंटक मारिया। तुर करम पाया तुद जिनका से नाम हर कै लागे। कह नानक तै सुख होआ कर अनहद बाजे। आनंद सुनो वड पागियो सगल मनोरथ पूरे। पार ब्रह्म प्रभ पाया उतरे सगल विसूरे। दुख रोग संताप उतरे सुनी सच्ची बाणी। संत साजन पए सरसे पूरे गुर ते जान। सुनते पुनीत कहते पवित सतगुर रहया भरपूरे। बिनवंत नानक गुर चरण लागे वाजे अनहद तूरे। सुनो पवन गुरु पाणी पिता माता तरत महत। दिवस रात दोए दाई दाया खेलै सगल जगत। चंगियाइयां बुरियाइयां वाचै धर्म हदूर। करनी आपो अपनी के नेड़े के दूर। जिनी नाम ते आया गए मशक्कत काल। नानक ते मुख उजले कीती छुटी नाल। जिनी नाम ते आया गए मशक्कत काल। नानक ते मुख उजले कीती छुटी नाल। वाहिगुरु जी का खालसा वाहिगुरु जी की फतेह फतेह। वाहिगुरु जी का खालसा वाहिगुरु जी की फतेह फतेह। तू ठाकुर तुम पै अरदास जियो पिंड सब। तुम मात पिता हम। ऊंचा भगवंत सगल समगरी तुम रै सूत्र तारी। तुम ते हो सो आज्ञाकारी। तुमरी गात मित तुम ही जानी। नानक दास सदा कुर्बानी। तुद आगे जियो पिंड सब तेरा वाहिगुरु। कहो नानक सब तेरी वड्याई।
ਕੋਈ ਨਾਉ ਨ ਜਾਣੈ ਮੇਰਾ ਵਾਹਿਗੁਰੂ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਹ ਡਿਠੇ ਸਭ ਦੁਖ ਜਾਏ। ਗੁਰ ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। 10 ਪਾਤਸ਼ਾਹੀਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੇਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। 50 ਪਿਆਰਿਆਂ 54 ਸਾਹਿਬਜ਼ਾਦਿਆਂ 40 ਮੁਕਤਿਆਂ 8 ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾ ਸੁਆਸਾਂ ਸੰਗ ਨਿਭਾਇਆ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। 5 ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੈ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਹੇ ਅਕਾਲ ਪੁਰਖ ਸਿੱਖਾਂ ਦਾ ਮਾਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਜੀਓ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਮਹਾਵਾਕ ਹਨ ਜੀ। ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਵਾਕ ਅਨੁਸਾਰ ਸਰਦਾਰ ਜਸਵੰਤ ਸਿੰਘ ਜੀ ਨੂੰ ਜਿਨੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਸਵਾਸਾਂ ਦੀ ਪੂੰਜੀ ਬਖਸ਼ਿਸ਼ ਹੋਈ ਉਹ ਸਵਾਸਾਂ ਦੀ ਪੂੰਜੀ ਨੂੰ ਪੂਰੀ ਕਰਦਿਆਂ ਅਚਾਨਕ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਪਿੱਛੋਂ ਪਰਿਵਾਰ ਵੱਲੋਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਆਪ ਜੀ ਦੇ ਚਰਨ ਪਰਸੇ ਗਏ। ਆਪਣੇ ਗ੍ਰਹਿ ਵਿਖੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਸਹਿਜ ਪਾਠ ਸਾਹਿਬ ਕਰਵਾਏ ਗਏ। ਉਪਰੰਤ ਸੱਚੇ ਸਤਿਗੁਰੂ ਜੀਓ ਅੰਤਮ ਅਰਦਾਸ ਦੇ ਵਿੱਚ ਕੀਰਤਨ ਹੋਏ ਹਨ ਵਿਚਾਰਾਂ ਹੋਈਆਂ ਹਨ। ਸਮੁੱਚੀ ਸੇਵਾ ਨਿਭਾਉਂਦਿਆਂ ਗੁਰਸਿੱਖਾਂ ਪਾਸੋਂ ਅਤੇ ਪਰਿਵਾਰ ਪਾਸੋਂ ਸੇਵਾ ਦੇ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰੋ। ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ ਸਤਿਗੁਰੂ ਜੀਓ ਗੁਰਬਾਣੀ ਪੜ੍ਹਨ ਦਾ ਕੀਰਤਨ ਵਿਚਾਰਾਂ ਕਰਨ ਦਾ ਅਤੇ ਪਰਿਵਾਰ ਨੂੰ ਸੇਵਾ ਕਰਦਾ ਬਲ ਤੇ ਉਦਮ ਬਖਸ਼ਿਸ਼ ਕਰਨਾ। ਸਤਿਗੁਰੂ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਜਿਹੇ ਪੈਸ਼ਾਕੇ ਪਹਿਨਾਏ ਗਏ ਨੇ। ਆਪ ਜੀ ਨੇ ਅੰਗੀਕਾਰ ਕੀਤੇ ਨੇ ਸੇਵਕਾਂ ਦੇ ਲੋਕ ਪਰਲੋਕ ਸੁਹੇਲੇ ਕਰਨੇ। ਪਰਿਵਾਰ ਵੱਲੋਂ ਇਸ ਵਕਤ ਆਪਣੇ ਬਖਸ਼ੇ ਭੰਡਾਰਿਆਂ ਦੇ ਵਿੱਚੋਂ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ ਜੀ।
ਆਪ ਜੀ ਭੋਗ ਲਾਓ। ਭੋਗ ਲੱਗਿਆ ਸ਼ੀਤ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ। ਜੋ ਜੀ ਛਕੇ ਆਪ ਜੀ ਦਾ ਪਿਆਰਾ ਵਾਹਿਗੁਰੂ 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 ਨਾਮ ਜਪੇ। ਪਰਿਵਾਰ ਵੱਲੋਂ ਵਿਛੜੀ ਆਤਮਾ ਦੇ ਨਿਮਿਤ ਮਾਇਆ ਦੇ ਨਾਲ ਪ੍ਰਸ਼ਾਦੇ ਨਾਲ ਸੱਚੇ ਸਤਿਗੁਰੂ ਜੀ ਲੰਗਰਾਂ ਦੀ ਸੇਵਾ ਕੀਤੀ ਗਈ ਹੈ। ਬਿਸਤਰਾ ਦਾਨ ਕੀਤੇ ਗਏ ਹਨ, ਬਰਤਨ ਦਾਨ ਕੀਤੇ ਗਏ ਹਨ, ਵਸਤਰ ਦਾਨ ਕੀਤੇ ਗਏ ਹਨ। ਜੋ ਵੀ ਸੇਵਾ ਪਰਿਵਾਰ ਵੱਲੋਂ ਕੀਤੀ ਗਈ ਹੈ ਸੋ ਥਾਂ ਪਾਵਣੀ। ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਵਿਛੜੀ ਆਤਮਾ ਨੂੰ ਆਪ ਜੀ ਨੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ। ਜੋ ਵੀ ਸੰਗਤਾਂ ਸਰਦਾਰ ਜਸਵੰਤ ਸਿੰਘ ਜੀ ਦੀ ਅੰਤਮ ਅਰਦਾਸ ਮੌਕੇ ਆਪ ਜੀ ਦੇ ਚਰਨਾਂ ਵਿੱਚ ਤਿਲ ਫੁੱਲ ਭਟਾਵਾਂ ਲੈ ਕੇ ਹਾਜ਼ਰ ਹੋਈਆਂ ਨੇ, ਸਭ ਦੀਆਂ ਹਾਜ਼ਰੀਆਂ ਤੇ ਭਟਾਵਾਂ ਆਪਣੇ ਦਰ ਪ੍ਰਵਾਨ ਕਰਨੀਆਂ। ਸਭ ਨੂੰ ਦਰੋਂ ਘਰੋਂ ਗੁਰਸਿੱਖੀ ਦਾਨ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਇਸ ਵਕਤ ਆਪ ਪਾਵਨ ਬਚਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਵੈ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਲੇਹ। ਰਾਜ ਕਰੇਗਾ ਖਾਲਸਾ, ਆਕੀ ਰਹਿ ਨ ਕੋਏ। ਖੁਆਰ ਹੋਏ ਸਭ ਮਲੈਂਗੇ, ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਨਾਨਕ ਗੁਰ ਗੋਬਿੰਦ ਸਿੰਘ, ਪੂਰਨ ਗੁਰ ਅਵਤਾਰ। ਜਗਮਗ ਜੋਤ ਬਿਰਾਜ ਰਹੀ, ਸ੍ਰੀ ਅਵਚਲ ਨਗਰ ਮਝਾਰ। ਖੰਡਾ ਜਾਂ ਕੈ ਹਾਥ ਮੈਂ, ਕਲਗੀ ਸੋ ਹੈ ਸੀਸ। ਸੋ ਹਮਰੀ ਰਖਿਆ ਕਰੇ, ਗੁਰ ਕਲਗੀ ਧਰ ਜਗਦੀਸ਼। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜਾਨ ਗੁਰ ਬਨਾਇਓ। ਕਲ ਘੋਰ ਸਮੁੰਦਰ ਮਹਿ ਬੂਢਤ ਥੇ, ਕਬਹੂ ਮਿਟਹਿ ਨਾਹੀ ਪਛਤਾਇਓ। ਤਤ ਵਿਚਾਰ ਯਹ ਮਥਰਾ ਜਗ, ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜਾਨ ਗੁਰ ਬਨਾਇਓ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ, ਕਿਨ ਜਪਿਓ ਗੁਰਮੰਤ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਨੌਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨਾ ਗੋਬਿੰਦ ਗੁਣ ਸੁਨਾ। ਅਰ ਗਾਓ ਰਸਨਾ ਗੀਤ। ਹਰੇ ਮਨ ਰਾਮ ਸਿਉ ਕਰ ਪ੍ਰੀਤ,
ਸਰਵਨ ਗੋਬਿੰਦ ਗੁਣ ਸੁਨਾ ਅਰ ਗਾਓ ਰਸਨਾ ਗੀਤ ਰਹਾਉ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀਤ ਕਾਲ ਬਿਆਲ ਜਿਉ ਪਰਿਓ ਡੁੱਲਾ ਮੁਖ ਪਸਾਰੇ ਮੀਤ ਆਜ ਕਾਲ ਫਨ ਤੋਹੇ ਗੁਰ ਸਹਾ ਸਮਝ ਰਾਖੋ ਚੀਤਾ ਕਹੈ ਨਾਨਕ ਰਾਮ ਭਜ ਲੈ ਜਾਤੇ ਅਵਸਰ ਬੀਤ ਆਜ ਕਾਲ ਫਨ ਤੋਹੇ ਗੁਰ ਸਹਾ ਸਮਝ ਰਾਖੋ ਚੀਤਾ ਕਹੈ ਨਾਨਕ ਰਾਮ ਭਜ ਲੈ ਜਾਤੇ ਅਵਸਰ ਬੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।